ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਖ ਖਿਲਾਉਣੇ ਖਾਂਡ ਕੇ, ਆਨੰਦ ਭਇਓ ਮਨ ਮਾਹੇ। ਚਾਹੇ ਕਰੀ ਜਬ ਬਸਤ ਕੀ, ਤਬ ਸਭ ਲੈ ਹੋਇ ਜਾਹੇ। ਦੇਖ ਖਿਲਾਉਣੇ ਖਾਂਡ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ ਜਿਹੜਾ ਦੋਹਰਾ ਪੜ੍ਹਿਆ ਸੀ, ਏਕ ਤੰਤ ਮੈਂ ਤਿਰਗੁਣਤਾ ਅਰਜ ਗ੍ਰੰਥ ਬਹੁ ਭਾਈ, ਉਹ ਆਪਾਂ ਬੜਾ ਖੋਲਿਆ ਸੀ। ਜੇ ਨਾ ਸਮਝ ਵਿੱਚ ਪਿਆ ਹੋਵੇ ਤੇ ਉਹਦਾ ਇੰਨਾ ਕੀ ਆ ਵੀ ਇੱਕ ਜਿਹੜਾ ਧਾਗਾ ਆ ਉਹਦੇ ਵਿੱਚ 3 ਗੁਣ ਆ। ਭਾਵ ਇੱਕ ਧਾਗੇ ਵਿੱਚ 3 ਜਦੋਂ ਰੰਗ ਪੈ ਜਾਣ, ਚਿੱਟਾ ਪੀਲਾ ਜਾਂ ਲਾਲ, ਕੋਈ ਵੀ 3 ਰੰਗ ਹੋ ਜਾਣ, ਫਿਰ ਜਿਹੜੀਆਂ 3 ਰੰਗਾਂ ਦਾ ਜਿਹੜਾ ਧਾਗਾ ਇੱਕੋ ਹੀ ਆ, 3 ਰੰਗ ਵਿੱਚ ਪਾਏ, ਫਿਰ ਉਹ 'ਚ ਗੰਢਾਂ ਬਹੁਤੀਆਂ ਪਾ ਦਿੱਤੀਆਂ ਜਾਣ। ਗੰਢਾਂ ਪੈਣੇ ਕਰਕੇ ਉਹ ਤਰ੍ਹਾਂ ਤਰ੍ਹਾਂ ਦਾ ਬਹੁ ਭਾਏ ਦਿਸਦਾ। ਮਤਲਬ ਬ੍ਰਹਮ ਰੂਪ ਧਾਗਾ ਜਿਹੜਾ ਨਾ, ਇੱਕ ਬ੍ਰਹਮ ਰੂਪ ਧਾਗਾ ਵਾ ਤੇ ਮਾਇਆ ਉਹਦੀ ਸੱਤਿਆ ਪਾ ਕੇ ਬ੍ਰਹਮ ਰੂਪ ਧਾਗੇ ਦੀ 3 ਗੁਣ ਪੈਦਾ ਕਰਦੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤੋਂ 3 ਗੁਣਾਂ ਤੋਂ ਜਿਹੜੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਜੀਵ ਰੂਪ ਜਿਹੜੇ ਜੀਵ ਰੂਪੀ ਗੰਢਾਂ ਬਣ ਜਾਂਦੀਆਂ ਬਹੁਤ ਤਰ੍ਹਾਂ ਨਾਲ। ਫਿਰ ਉਹ ਇੱਕੋ ਧਾਗਾ ਜਿਹੜਾ ਬ੍ਰਹਮ ਰੂਪੀ ਧਾਗਾ ਵਾ, ਉਹ 3 ਗੁਣਾਂ ਦੇ ਹੋਣੇ ਕਰਕੇ, ਸਹਿਤ ਹੋਣੇ ਕਰਕੇ, ਮਾਇਆ ਦੀ ਉਪਾਧੀ ਕਰਕੇ 3 ਗੁਣ ਹੋਂਦੇ ਪੈਦਾ। ਤੇ ਉਹ 3 ਗੁਣਾਂ ਉਹ ਮਾਨੋ ਵੀ ਇਹ ਗੰਢਾਂ, ਇਹ 3 ਗੁਣ ਜਿਹੜੇ ਆ ਨਾ, ਇਹ ਮਾਨੋ ਵੀ ਇਸ ਜਿਹੜੀਆਂ ਗੰਢਾਂ ਧਾਗੇ 'ਚ, ਬ੍ਰਹਮ ਰੂਪੀ ਧਾਗੇ 'ਚ ਗੰਢਾਂ 3 ਗੁਣਾਂ ਕਰਕੇ ਪੈਂਦੀਆਂ, ਉਹ ਜੀਵ ਰੂਪੀ ਗੰਢਾਂ ਸ਼ੁੱਧ ਸਰੂਪ ਵਿੱਚ ਜਿਹੜਾ ਇਹ ਸੰਸਾਰ ਮਿਥਿਆ ਦਿਸਦਾ ਵਾ। ਤੇ ਹੈ ਕੀ ਆ? ਹੈ ਉਹ ਧਾਗਾ ਹੀ। ਬਸ ਗੰਢਾਂ 3 ਗੁਣਾਂ ਰੂਪੀ ਗੰਢਾਂ ਦੇ ਕਰਕੇ ਹੀ ਸ੍ਰਿਸ਼ਟੀ ਤਰ੍ਹਾਂ ਤਰ੍ਹਾਂ ਦੀ ਦਿਖਦੀ ਹੈ। ਅੱਗੇ ਹੋਰ ਇਹਨੂੰ ਖੋਲ ਹੀ ਦਿੱਤਾ ਵਾ, ਇਹ ਬਸਨ ਪੂਤਰੀ ਬਸਨ ਮੈਂ। ਇਹ ਬਸਤਰ ਤੋਂ ਜਿਹੜੀ ਬਣੀ ਪੁਤਲੀ ਆ, ਤੇ ਉਹ ਬਸਨ ਦਾ ਕਈ ਕੱਪੜੇ ਦਾ ਹੀ ਰੂਪ ਹੁੰਦੀ ਹੈ, ਪਰ ਉਹਦੇ ਵੱਖੋ ਵੱਖਰੇ ਸੁੰਦਰ ਅੰਗ ਦਿਖਦੇ ਪੁਤਲੀ ਦੇ। ਪਰ ਉਹ ਜਿਹੜਾ ਕੱਪੜਾ ਵਾ, ਜਿਹੜਾ ਜਿੰਨਾ ਵੀ ਵਸਤਰ ਆ ਜਾਂ ਪੁਤਲੀ ਆ, ਉਹਦੇ 'ਚ ਹੈ ਕੀ? ਧਾਗਾ ਹੈ ਤੇ ਧਾਗਾ ਹੀ ਹੈ ਨਾ। ਬਸਤਰ ਨਜ਼ਰ ਆ ਰਿਹਾ, ਪੁਤਲੀ ਨਜ਼ਰ ਆ ਰਹੀ। ਜਦੋਂ ਉਹਦੇ ਹੇਠ ਦਿੱਤੀ ਜਾਵੇ, ਪੁਤਲੀ ਵੀ ਨਹੀਂ ਰਹਿਣੀ, ਬਸਤਰ ਨੂੰ ਵੀ ਰਹਿਣਾ ਕੀ ਆ? ਇੱਕ ਧਾਗਾ। ਜਿਵੇਂ ਅੱਗੇ ਆ ਨਾ, ਇੱਕ ਤੰਤ ਬਿਨ ਨਹਿ ਬੀਓ, ਵੀ ਇੱਕ ਤੰਤ ਕਹੀਏ ਧਾਗੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਆ। ਉਹ ਤੇ ਇੱਕ ਬੁਣਨੇ ਕਰਕੇ ਬਸਤਰ ਹੋ ਗਿਆ, ਉਹ ਤੋਂ ਹੀ ਜਿਹੜੀ ਆ ਪੁਤਲੀ ਬਣ ਗਈ। ਇਸੇ ਤਰ੍ਹਾਂ ਸ਼ੁੱਧ ਸਰੂਪ ਬ੍ਰਹਮ ਆ ਜਿਹੜਾ, ਉਹ ਹੈ ਇੱਕ ਧਾਗਾ। ਠੀਕ ਹੈ। ਤੇ ਮਾਇਆ ਦੀ ਉਪਾਧੀ ਕਰਕੇ ਨਾ, ਮਾਇਆ ਸਬਲ ਹੋ ਕੇ, ਮਾਇਆ ਤੇ ਸਹਿਤ ਹੋ ਕੇ, ਤੇ ਉਹ ਬਣ ਜਾਂਦਾ ਵਾ ਬਸਤਰ। ਮਤਲਬ ਬ੍ਰਹਮ ਸ਼ੁੱਧ ਆ, ਉਹਦੇ ਜਿੰਨੇ ਹਿੱਸੇ 'ਚ ਮਾਇਆ ਦੀ ਅੰਸ਼ ਆਈ ਆ, ਉਹ ਹੁੰਦਾ ਈਸ਼ਰ। ਮੰਨ ਲਓ ਵੀ ਈਸ਼ਰ ਤੋਂ ਹੀ ਫਿਰ ਮਾਇਆ ਸਹਿਤ ਜੋ ਬ੍ਰਹਮ ਆ, ਤੇ ਉਹ ਹੈ ਈਸ਼ਰ। ਉਹ ਈਸ਼ਰ ਮਾਨੋ ਬਸਤਰ ਆ, ਉਹ ਤੋਂ ਹੀ ਉਤਪਤੀ ਹੁੰਦੀ ਵੱਡੇ ਛੋਟੇ ਜੀਵਾਂ ਦੀ। ਤੇ ਹੈ ਕੀ ਆ? ਮਾਇਆ ਦੀ ਉਪਾਧੀ ਜੀ ਜਿਹੜੀ ਪੁਤਲੀ ਵਾਂਗ ਆ, ਉਹ ਹਟਾ ਦਿੱਤੀ ਜਾਵੇ। ਜੀਵ ਰੂਪ ਜਿਹੜੀ ਪੁਤਲੀ ਆ, ਜਾਂ ਮਾਇਆ ਰੂਪ ਪੁਤਲੀ ਆ, ਜਦੋਂ ਉਹਦੇ ਵਿੱਚੋਂ ਬ੍ਰਹਮ ਰੂਪੀ ਧਾਗਾ ਨਿਕਲ ਗਿਆ ਤੇ ਰਹਿ ਕੀ ਗਿਆ? ਮਗਰ ਧਾਗੇ ਰਹੇ ਨੇ।
ਨਾ ਮਾਇਆ ਰਹਿਣੀ ਹੈ ਵੀ ਸਭ ਮਾਇਆ 'ਚ ਹੀ ਬ੍ਰਾਹਮੀ ਆ, ਜੀਵ 'ਚ ਵੀ ਬ੍ਰਾਹਮੀ, ਈਸ਼ 'ਚ ਵੀ ਬ੍ਰਾਹਮੀ ਆ, ਜੀਵ ਈਸ਼ 'ਚ ਬ੍ਰਾਹਮੀ ਆ। ਬਸ ਜਦੋਂ ਲਖਤਾ ਹੋ ਜਾਂਦੀ ਹੈ ਫਿਰ ਬ੍ਰਾਹਮੀ ਰਹਿ ਜਾਂਦਾ, ਸ਼ੁੱਧ ਸਰੂਪ ਹੀ ਆ। ਇਵੇਂ ਸ਼ੁੱਧ ਸਰੂਪ ਬ੍ਰਹਮ, ਜਿਹੜਾ ਸ਼ੁੱਧ ਸਰੂਪ ਬ੍ਰਹਮ ਆ ਉਹ ਧਾਗਾ, ਉਹ ਤੋਂ ਬਗੈਰ ਹੁਣ ਹੋਰ ਕੁਝ ਵੀ ਨਹੀਂ ਆ। ਵੱਡੇ ਛੋਟੇ ਜੀਵ ਜਿਹੜੇ ਪੁਤਲੀਆਂ ਹੀ ਆ। ਮਤਲਬ ਜਿਹੜਾ ਮਾਇਆ ਰੂਪ ਬਸਤਰ ਆ ਨਾ, ਹੁਣ ਬਸਤਰ ਜਿਵੇਂ ਬਸਤਰ ਆ ਤੇ ਉਹ ਬਸਤਰ ਤੇ ਇੱਕ ਬਣਤਰ ਹੀ ਆ ਨਾ। ਜਦੋਂ ਧਾਗੇ ਨਿਕਲ ਗਏ ਤੇ ਬਸਤਰ ਕੋਈ ਨਹੀਂ ਰਹਿਣਾ, ਮਤਲਬ ਕੋਈ ਕਮੀਜ਼ ਪਜਾਮਾ ਨਹੀਂ ਰਹਿਣਾ, ਇਕੱਲੇ ਧਾਗੇ ਹੀ ਰਹਿਣੇ। ਇਸੇ ਤਰ੍ਹਾਂ ਬ੍ਰਹਮ ਤੋਂ ਹੀ ਮਾਇਆ ਬਸਤਰ ਦੀ ਨੇ, ਬ੍ਰਹਮ ਤੋਂ ਹੀ ਜਿਹੜੇ ਜੀਵ ਰੂਪੀ ਪੁਤਲੀਆਂ। ਜਦੋਂ ਬ੍ਰਹਮ ਰੂਪੀ ਧਾਗਾ ਵਿੱਚੋਂ ਨਿਕਲ ਗਿਆ ਤੇ ਨਾ ਰਹਿਣੀ ਪੁਤਲੀ, ਨਾ ਰਹਿਣੀ ਮਾਇਆ, ਸਭ ਕੁਝ ਸ਼ੁੱਧ ਸਰੂਪ ਬ੍ਰਹਮ ਨਹੀਂ ਆ, ਬ੍ਰਹਮ ਰੂਪੀ ਧਾਗਾ ਹੀ ਆ। ਇਹ ਸਮਝ ਲੈਣਾ। ਹੁਣ ਅੱਗੇ ਹੋਰ ਲਿਖ ਰਹੇ ਕਿ ਦੇਖ ਖਿਲਾਉਣੇ ਖੰਡ ਕੇ ਕਈਏ ਖੰਡ ਦੇ ਜਿਹੜੇ ਬਣੇ ਹੋਏ ਖਿਲਾਉਣੇ ਆ, ਉਹਨਾਂ ਨੂੰ ਦੇ ਕੇ ਆਨੰਦ ਭਇਓ ਮਨ ਮਾਹੇ। ਬੱਚੇ ਦਾ ਜਿਹੜਾ ਮਨ ਆ ਜਾਂ ਚਿੱਤ ਆ, ਉਹਦੇ ਵਿੱਚ ਬਹੁਤ ਉਸ ਨੂੰ ਦੇਖ ਕੇ ਆਨੰਦ ਭਇਓ ਹੁੰਦਾ ਹੈ। ਖੰਡ ਦੇ ਖਿਡੌਣਿਆਂ ਨੂੰ ਦੇਖ ਕੇ ਬੱਚੇ ਨੂੰ ਬਹੁਤ ਆਨੰਦ ਹੁੰਦਾ। ਚਾਹੇ ਕਰੀ ਜ਼ਬਰਦਸਤ ਕੀ, ਜਬ ਕਹੀਏ ਜਦੋਂ ਬੱਚਾ ਖੰਡ ਦੇ ਬਣੇ ਖਿਡੌਣਿਆਂ ਵਿੱਚੋਂ ਕਿਸੇ ਇੱਕ ਵਸਤ ਕਹੀਏ ਚੀਜ਼ ਜਾਂ ਖਿਡੌਣੇ ਦੇ ਖਾਣ ਦੀ ਚਾਹੇ ਕਹੀਏ ਇੱਛਾ ਕਰੀ ਕਰਦਾ ਹੈ, ਤਬ ਸਭ ਲੈ ਹੋਇਆ ਜਾਹੇ। ਤਬ ਕਹੀਏ ਤਦੋਂ ਉਹ ਸਭ ਕਹੀਏ ਸਾਰੇ ਖਿਡੌਣੇ ਲੈ ਕਹੀਏ ਲੀਨ ਹਵੈ ਕਹੀਏ ਹੋ ਜਾਹੇ ਕਹੀਏ ਜਾਂਦੇ, ਭਾਵ ਭੁਰ ਜਾਂਦੇ। ਅਥਵਾ ਵੀ ਜਿਹੜੇ ਖਾਦੇ ਖਿਡੌਣੇ ਆ ਨਾ, ਜਦੋਂ ਬੱਚੇ ਨੇ ਜਦੋਂ ਉਹ ਖੰਡ ਦੇ ਖਿਡੌਣੇ ਨੂੰ ਵੇਖ ਕੇ ਬੱਚੇ ਨੂੰ ਬੜਾ ਆਨੰਦ ਹੋਇਆ, ਤੇ ਪਰ ਜਦੋਂ ਉਸ ਖੰਡ ਦੇ ਖਿਡੌਣੇ ਵਸਤੂ ਦੀ ਮਤਲਬ ਖਿਡੌਣੇ ਦੀ ਬੱਚੇ ਨੇ ਖਾਣ ਦੀ ਚਾਹਨਾ ਇੱਛਾ ਕੀਤੀ ਹੈ, ਤੇ ਸਾਰੇ ਜਦੋਂ ਉਹਨੇ ਮੂੰਹ ਦੇ ਵਿੱਚ ਉਹ ਖੰਡ ਦਾ ਖਿਡੌਣਾ ਪਾ ਲਿਆ ਤੇ ਉਹ ਲੈ ਹੋਇਆ ਜਾਏ, ਲੈ ਕੇ ਇਹ ਨਾਸ ਹੋ ਜਾਂਦਾ। ਖੰਡ ਰੂਪ ਖਿਡੌਣੇ ਦਾ ਜਿਹੜਾ ਰੂਪ ਜਦੋਂ ਮੂੰਹ 'ਚ ਪਾਉਂਦਾ ਨਾ ਖੰਡ ਦਾ ਖਿਡੌਣਾ, ਤੇ ਉਹਦੇ ਖਾਧੇ ਖਿਡੌਣੇ ਖੁਰ ਕੇ ਰਸ ਰੂਪ ਹੀ ਹੋ ਜਾਂਦੇ। ਖਿਡੌਣੇ ਦਾ ਰੂਪ ਉਹ ਸਮਾਪਤ ਹੋ ਜਾਂਦਾ, ਮਤਲਬ ਜੋ ਵੀ ਖੰਡ ਦਾ ਖਿਡੌਣਾ ਉਹ ਨਹੀਂ ਰਹਿੰਦਾ, ਉਹ ਖੰਡ ਦੇ ਅੰਦਰ ਭੋਰੀ ਜਾਂਦੀ ਮੂੰਹ 'ਚ। ਇਉਂ ਜਿਹੜੇ ਸੰਸਾਰ ਦੇ ਪਦਾਰਥ ਆ ਉਹ ਵੀ ਨਾਸ ਰੂਪ ਹਨ। ਇਹਦਾ ਭਾਵੀ ਅਰਥ ਜਿਹੜਾ ਵਿਦਵਾਨ ਇਵੇਂ ਕਰਦੇ ਆ, ਦੇਖ ਖਿਲਾਉਣੇ ਖੰਡ ਕੇ। ਜਿਵੇਂ ਉੱਪਰ ਆਪਾਂ ਅਰਥ ਕੀਤਾ ਤਾਂ ਇਹ ਵੀ ਇਸੇ ਪ੍ਰਕਾਰ ਹੀ ਜਿਹੜਾ ਚੇਤਨ ਸਰੂਪ ਆ ਨਾ ਬ੍ਰਹਮ ਦਾ, ਜਿਹੜਾ ਬ੍ਰਹਮ ਚੇਤਨ ਸਰੂਪ ਆ ਉਹ ਹੈ ਖੰਡ ਦੀ ਨਹੀਂ। ਤੇ ਚੇਤਨ ਸਰੂਪ ਖੰਡ ਦੀਆਂ ਹੀ ਸਰੀਰ ਰੂਪ ਜਿਹੜੇ ਖਿਡੌਣੇ ਆ ਜਿਹੜੇ ਚੇਤਨ ਸਰੂਪ ਤੋਂ ਹੀ ਬਣੇ ਆ ਨਾ ਸਾਰੇ। ਇਹ ਮਤਲਬ ਹੈ ਜਿਹੜਾ ਸਰੀਰ ਹੈ ਨਾ ਇਹ ਖਿਡੌਣੇ ਖੰਡ ਦੇ, ਤੇ ਖੰਡ ਕੀ ਹੈ ਚੇਤਨ ਸਰੂਪ। ਮਤਲਬ ਬ੍ਰਹਮ ਸਰੂਪ ਖੰਡ ਆ ਤੇ ਸਰੀਰ ਰੂਪੀ ਖਿਡੌਣੇ ਬਣੇ ਹੋਏ ਉਹਦੇ ਤੋਂ ਬ੍ਰਹਮ ਤੋਂ ਹੀ। ਇਹਨਾਂ ਨੂੰ ਦੇਖ ਕੇ ਜਿਹੜਾ ਜਗਿਆਸੂ ਰੂਪ ਬਾਲਕ ਭਾਵ ਮੁਕਤੀ ਦੀ ਇੱਛਾ ਵਾਲਾ ਉਹ ਮਨ ਵਿੱਚ ਬੜਾ ਖੁਸ਼ ਹੁੰਦਾ ਸਰੀਰਾਂ ਰੂਪ ਖਿਡੌਣੇ ਨੂੰ ਵੇਖ ਕੇ। ਪਰ ਜਦੋਂ ਹੀ ਸਰੀਰ ਰੂਪੀ ਖਿਡੌਣਾ ਵਾ ਜਾਂ ਇਹ ਜਿਹੜੇ ਸੰਸਾਰ ਵਾ ਆਨੰਦ ਭਇਓ ਮਨ ਮਾਏ, ਜਗਿਆਸੂ ਰੂਪ ਬਾਲਕ ਨੂੰ ਬੜਾ ਮਨ ਵਿੱਚ ਆਨੰਦ ਹੁੰਦਾ ਵਾ ਕੀ ਵੇਖ ਕੇ ਜਿਹੜੇ ਚੇਤਨ ਸਰੂਪ ਰੂਪੀ ਖੰਡ ਤੋਂ ਬਣੇ ਹੋਏ ਸਰੀਰ ਰੂਪੀ ਖੰਡ ਦੇ ਖਿਡੌਣੇ। ਠੀਕ ਹੈ,
ਤੇ ਪਰ ਚਾਹੇ ਕਰੀ ਜਬ ਬਸਤ ਕੀ, ਪਰ ਜਦੋਂ ਹੀ ਸਰੀਰ ਜਾਂ ਆ ਜਗਤ ਵਿੱਚ ਜਿੰਨੇ ਸਰੀਰ ਹੈ, ਇਹ ਜਗਤ ਰੂਪੀ ਖੰਡ ਦੇ ਖਿਡੌਣਿਆਂ ਨੂੰ ਜਿਗਿਆਸੂ ਮੁਕਤੀ ਦੀ ਇੱਛਾ ਵਾਲੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਨਾ, ਵੀ ਇਹ ਜਿਹੜੇ ਸਰੀਰ ਆ ਇਹ ਬ੍ਰਹਮ ਆ, ਇਹ ਬ੍ਰਹਮ ਰੂਪ ਹੀ ਆ, ਜੋ ਦਿਸੈ ਸੋ ਤੇਰਾ ਰੂਪ। ਜਦੋਂ ਗਿਆਨ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ, ਇਹ ਜਿਹੜਾ ਜਾਣਨਾ ਇਹ ਮਾਨੋ ਖਾਣ ਦੀ ਇੱਛਾ ਕੀਤੀ, ਜਾਣਨ ਰੂਪ, ਤਾਂ ਕੀ ਕੀਤਾ, ਜਿਵੇਂ ਬੱਚੇ ਨੂੰ ਖਿਡੌਣਾ ਮੂੰਹ 'ਚ ਪਾਇਆ ਤੇ ਰਸ ਰੂਪ ਹੀ ਹੋ ਗਿਆ, ਤੇ ਖੰਡ ਦਾ ਖਿਡੌਣੇ ਦਾ ਆਕਾਰ ਸਮਾਪਤ ਹੋ ਗਿਆ, ਰਹਿ ਗਈ ਕੀ ਖੰਡ ਤੇ ਰਸ। ਉਹ ਤਾਂ ਸਾਰੇ ਜਿਹੜੇ ਸਰੀਰ ਰੂਪੀ ਜਾਂ ਜਗਤ ਰੂਪੀ ਖੰਡ ਦੇ ਖਿਡੌਣੇ ਨਾ, ਇਹ ਜਿੰਨੇ ਆਕਾਰ ਸਰੀਰਾਂ ਦੇ ਬ੍ਰਹਮ ਵਿੱਚ ਹੀ ਲੈ ਹੋ ਗਏ, ਲੀਨ ਹੋ ਗਏ, ਤੇ ਰਹਿ ਗਿਆ ਚੇਤਨ ਰੂਪੀ ਖੰਡ ਦਾ ਰਸ। ਜਿਵੇਂ ਤੁਸੀਂ ਕੋਈ ਖੰਡ ਦਾ ਮੰਨ ਲਓ ਪੁਤਲਾ ਜਿਹਾ ਬਣਿਆ, ਤੇ ਉਹ ਤੁਸੀਂ ਖਾਣਾ ਚਾਹੋ, ਖਾਓਗੇ, ਉਹ ਪਹਿਲਾਂ ਤੇ ਖੰਡ ਦਾ ਖਿਡੌਣਾ ਦੇ ਕੇ ਬੜੀ ਖੁਸ਼ੀ ਜੀ ਹੁੰਦੀ ਹੈ ਵੀ ਬੜਾ ਸੋਹਣਾ ਖਿਡੌਣਾ। ਜਦੋਂ ਉਹਨੂੰ ਮੂੰਹ 'ਚ ਪਾਇਆ ਤੇ ਉਹ ਹੌਲੀ ਹੌਲੀ ਖਾਧਾ ਗਿਆ, ਤੇ ਕਿੱਥੇ ਗਈ ਖੰਡ, ਖਿਡੌਣਾ ਸਮਾਪਤ ਹੋ ਗਿਆ, ਆਕਾਰ ਵੀ ਸਮਾਪਤ ਹੋ ਗਿਆ, ਤੇ ਉਹ ਜਿਹੜਾ ਅੰਦਰ ਉਹ ਖੰਡ ਹੀ ਰਹਿ ਗਈ, ਤੇ ਖੰਡ ਦਾ ਹੀ ਰਸ ਰਹਿ ਗਿਆ, ਤੇ ਖੰਡ ਵੀ ਲੈ ਹੋ ਗਈ। ਇਸੇ ਤਰ੍ਹਾਂ ਚੇਤਨ ਰੂਪ ਜਿਹੜਾ ਨਾ, ਚੇਤਨ ਸਰੂਪ ਹੈ ਨਾ, ਬ੍ਰਹਮ ਸਰੂਪ, ਉਹ ਕੀ ਖੰਡ ਆ, ਉਹ ਖੰਡ ਤੋਂ ਹੀ ਸਰੀਰ ਰੂਪੀ ਖਿਡੌਣੇ ਬਣੇ ਹੋਏ ਆ। ਜਦੋਂ ਮੁਕਤੀ ਦੀ ਇੱਛਾ ਵਾਲੇ ਜਗਿਆਸੂ ਨੇ ਜਾਣਨ ਰੂਪ ਸ਼ਗਨ ਦੀ ਇੱਛਾ ਕੀਤੀ, ਭਾਵੇਂ ਸਰੀਰਾਂ ਨੂੰ ਇਸ ਜਗਤ ਨੂੰ ਜਾਣਨ ਦੀ ਇੱਛਾ ਕੀਤੀ ਵੀ ਇਹ ਕੀ ਹੈ, ਜਦੋਂ ਜਾਣ ਲਿਆ ਵੀ ਤੇ ਬ੍ਰਹਮ ਰੂਪ ਹੀ ਹੈ, ਤੇ ਸਭ ਕੁਝ ਹੀ ਲੈ ਹੋ ਗਿਆ। ਕਿੱਥੇ ਲੈ ਹੋ ਗਿਆ, ਜੋ ਦਿਸੈ ਸੋ ਤੇਰਾ ਰੂਪ, ਤੁਧ ਬਿਨ ਦੂਜਾ ਨਹੀਂ ਕੋਈ, ਬ੍ਰਹਮ ਹੀ ਬ੍ਰਹਮ। ਚੇਤਨ ਸਰੂਪ ਜਿਹੜਾ ਖੰਡ ਆ, ਉਹਦੇ ਉਹੋ ਹੀ ਰਹਿ ਗਿਆ ਇਕੱਲਾ, ਮਤਲਬ ਕੋਈ ਨਾ ਸਰੀਰ ਆ ਨਾ ਕੋਈ ਜਗਤ ਆ, ਬਸ ਬ੍ਰਹਮ ਹੀ ਬ੍ਰਹਮ ਆ। ਜਿਵੇਂ ਵੀ ਸਭ ਲੈ ਹੋਇਆ ਜਾਏ, ਵੀ ਇਹ ਜਿਹੜੇ ਸੰਸਾਰ ਦੇ ਪਦਾਰਥ ਆ ਸਾਰੇ ਨਾਸ ਰੂਪ ਹਨ। ਮਤਲਬ ਇਹ ਜਿਹੜੇ ਸਰੀਰ ਰੂਪੀ ਜਾਂ ਜਗਤ ਦੇ ਖਿਡੌਣੇ ਆ ਨਾ, ਇਹ ਸਾਰੇ ਲੈ ਰੂਪ, ਨਾਸ ਰੂਪ ਹੈ, ਬਸ ਚੇਤਨ ਖੰਡ ਹੀ ਰਹਿਣ ਵਾਲੀ ਹੈ, ਬ੍ਰਹਮ ਹੀ ਰਹਿਣ ਵਾਲਾ। ਵਸਤ ਤੇ ਤੱਤੇ ਨੂੰ ਔਂਕੜ ਪਾ ਲੈਣਾ ਜੀ, ਬਾਕੀ ਪਾਠ ਸਾਰੇ ਠੀਕ ਹੀ ਆ। ਚਾਹੇ ਕਰੀ ਜਬ ਵਸਤ ਕੀ, ਤੱਤੇ ਨੂੰ ਔਂਕੜਿਆ। ਦੋਹਰਾ ਲਹਿਓ ਨ ਸੁਧ ਸਰੂਪ ਜਿਨ, ਜਿਨ ਕਹੀਏ ਜਿਸਨੇ, ਸੁਧ ਕਹੀਏ ਨਰੋਲ ਸ਼ੁੱਧ। ਖਾਲਸਾ ਸਰੂਪ ਨੂੰ, ਖਾਲਸੇ ਦਾ ਅਰਥ ਵੀ ਸ਼ੁੱਧ ਹੀ ਹੁੰਦਾ ਨਾ, ਨਰੋਲ ਖਾਲਸ ਸਰੂਪ ਜਿਹੜਾ, ਇਸ ਨੂੰ ਲਹਿਓ ਨਾ, ਜਿਹਨੇ ਜਾਣਿਆ ਨਹੀਂ ਹੈ। ਕਹਾਂ ਲਹਿਓ ਤਿਨ ਕੂਰ, ਤਿਨ ਕਹੀਏ ਉਸ ਕੂਰ ਕਹੀਏ ਝੂਠੇ ਪੁਰਖ ਨੇ ਸੰਸਾਰ ਵਿੱਚ ਆ ਕੇ ਕਹੀਏ ਕੀ ਲਹਿਓ ਜਾਣਿਆ, ਪਰ ਕੁਝ ਵੀ ਪ੍ਰਾਪਤ ਨਹੀਂ ਕੀਤਾ। ਜਿਸ ਨੇ ਸ਼ੁੱਧ ਸਰੂਪ ਨੂੰ ਆਪਣੇ ਨੂੰ ਜਾਣਿਆ ਹੀ ਨਹੀਂ ਹੈ, ਮੈਂ ਬ੍ਰਹਮ ਸਰੂਪ ਹਾਂ। ਕਵੀ ਜੀ ਕਹਿੰਦੇ ਕਹਾਂ ਲਹਿਓ ਤਿਨ ਕੂਰ, ਉਸ ਝੂਠੇ ਨੇ ਹੋਰ ਕੀ ਜਾਣਿਆ, ਅਤੇ ਭਲਾ ਕੀ ਲਹਿਓ ਪ੍ਰਾਪਤ ਕੀਤਾ, ਕੁਝ ਵੀ ਪ੍ਰਾਪਤ ਨਹੀਂ ਕੀਤਾ ਉਹਨੇ। ਕਹਾਂ ਲਹਿਓ, ਕਹਾਂ ਦਾ ਅਰਥ ਆ ਤਿੰਨ ਕੂਰ ਲਹਿਓ, ਵੀ ਉਸ ਝੂਠ ਨੇ ਕਹਾ ਕਿ ਕੀ ਜਾਣਿਆ, ਤੇ ਕੀ ਕਹਾ ਲਿਓ ਵੀ ਕੀ ਭਲਾ ਨੇ ਪ੍ਰਾਪਤ ਕੀਤਾ, ਕੁਝ ਵੀ ਨਹੀਂ ਕੀਤਾ। ਉਹਦੀ ਤੇ ਇਹੀ ਜੀ ਹਾਲਤ ਹੈ, ਅੱਗੇ ਦੱਸ ਰਹੇ ਸੌਖਾ ਦਲ ਸਿੰਚਿਤ ਰਹੇ ਹੋ। ਕਹਿੰਦੇ ਵੀ ਉਸ ਪੁਰਖ ਨੂੰ ਤਾਂ ਇਸ ਤਰ੍ਹਾਂ ਜਾਣਨਾ ਕਰੋ, ਜਿਵੇਂ ਕੋਈ ਨਾ ਮਨੁੱਖ ਮੂਰਖ ਜਾਂ ਸੱਜਣ
ਸਾਖਾਂ ਦਲ ਸਿੰਚਦੇ ਰਹੇ ਹੋ। ਸਾਖਾ ਜਿਹੜੀਆਂ ਟਾਹਣੀਆਂ ਆ, ਦਲ ਜਿਹੜੇ ਪੱਤੇ ਆ, ਉਹਨਾਂ ਨੂੰ ਹੀ ਪਾਣੀ ਜਿਹੜਾ ਨਾ ਸਿੰਚਦੇ ਗਈਏ, ਸਿੰਚਦਾ ਰਿਹਾ ਹੋਵੇ। ਤੇ ਉਹਨੂੰ ਕੋਈ ਫਾਇਦਾ ਹੈਗਾ? ਉੱਤੇ ਪਾਣੀ ਪਾਉਣ ਦਾ ਕੀ ਫਾਇਦਾ? ਪੱਤਿਆਂ ਨੂੰ, ਟਾਹਣਿਆਂ ਨੂੰ ਪਾਣੀ ਤੇ ਮੁੱਢ 'ਚ ਦੇਈਦਾ। ਯੋ ਨਹੀਂ ਸਿੰਚੋ ਮੂਰ, ਪਰ ਮੂਰ ਕਹੀਏ ਜਿਹੜਾ ਮੁੱਢ ਆ, ਮੁੱਢ ਨੂੰ ਪਾਣੀ ਜਿਹੜਾ ਨਹੀਂ ਲਾਉਣਾ ਕੀਤਾ। ਇੰਝ ਟਾਹਣੀਆਂ ਦੇ ਪੱਤਿਆਂ ਦੇ ਪਾਣੀ ਦਾ ਛਿੜਕਾਅ ਕੀਤਾ, ਕੀ ਅਸਰ ਹੋਊਗਾ? ਭਾਵ ਕੋਈ ਅਸਰ ਨਹੀਂ ਹੋਵੇਗਾ। ਜੋ ਨਹੀਂ ਸਿੰਚੋ ਮੂਰ, ਮੂਰ ਕੀ ਹੈ? ਮੂਲ, ਭਾਵ ਮੁੱਢ ਨੂੰ ਸਿੰਜਿਆ ਹੀ ਨਹੀਂ। ਇਵੇਂ ਕਰਦਾ ਰਿਹਾ ਵੀ ਸਾਖਾ ਟਾਹਣੀਆਂ ਨੂੰ, ਦਲ ਪੱਤਿਆਂ ਨੂੰ ਪਾਣੀ ਸਿੰਜਦਾ ਰਿਹਾ ਵਾ, ਤੇ ਮੂਲ ਮੁੱਢ ਨੂੰ ਨਹੀਂ ਸਿੰਚਿਆ ਪਾਣੀ। ਬਸ ਇਸੇ ਪ੍ਰਕਾਰ ਹੀ ਜੇਕਰ ਕੋਈ ਪੁਰਖ ਚੇਤਨ ਪ੍ਰਕਾਸ਼ ਬ੍ਰਹਮ ਦਾ ਭਜਨ ਛੱਡ ਕੇ ਦੇਵੀ ਦੇਵਤਿਆਂ ਰੂਪ ਟਾਹਣੀਆਂ ਪੱਤਰਿਆਂ ਨੂੰ ਪੂਜਦਾ ਰਹੇ, ਤਾਂ ਉਸ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਫਲ ਕੀ ਉਹਨੂੰ ਮਿਲੇਗਾ? ਭਾਵ ਨਹੀਂ ਮਿਲੇਗਾ, ਸਗੋਂ ਉਹਦਾ ਟੇਢੀਆਂ ਜੂਨਾਂ ਵਿੱਚ ਭਟਕਦਾ ਰਹੇਗਾ। ਕਾਹੇ ਕੋ ਪੂਜਿਤ ਪਾਨ ਕਉ ਕਛ ਪਾਹਨ ਮੈਂ ਪਰਮੇਸ਼ਰ ਨਾਹੀ, ਤਾਹੀ ਕੋ ਪੂਜ ਪ੍ਰਭੂ ਕਰਕੇ ਜੇ ਪੂਜਦੀ ਹੈ ਗੋਗ ਮਿਟਾਹੀ। ਆਦ ਵਿਆਹ ਕੇ ਬੰਧਨ ਜੇਤ ਕਾ ਨਾਮ ਕਲੇਸ਼ ਪੈ ਛੁਟ ਜਾਹੀ, ਤਾਹੀ ਕੋ ਧਿਆਨ ਪ੍ਰਵਾਨ ਹੀਏ। ਇਸ ਤਰ੍ਹਾਂ ਜੇ 33 ਸੋਈਆਂ 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਹੇ ਮੂਰਖ, ਕਾਹੇ ਕੋ ਪੂਜਿਤ ਪਾਹਨ ਕਉ, ਪੱਥਰਾਂ ਨੂੰ ਕੀ ਪੂਜਦਾ? ਪਾਹਨ ਮੈਂ ਪਰਮੇਸ਼ਰ ਨਹੀਂ, ਪੱਥਰਾਂ 'ਚ ਪਰਮੇਸ਼ਰ ਨਹੀਂ। ਪਾਏ ਪਰੋ ਪਰਮੇਸ਼ਰ ਕੇ ਜੜ, ਪਾਹਨ ਮੈਂ ਪਰਮੇਸ਼ਰ ਨਹੀਂ। ਬਚਿੱਤਰ ਨਾਟਕ ਜੀ ਮਾਰੇ ਪ੍ਰਮਾਣ ਦਿੰਦੇ ਆ। ਜੇ ਪਾਏ ਚਰਨੀ ਪੈਣਾ ਤੇ ਪਰਮੇਸ਼ਰ ਦੇ ਪੈਸੇ ਜੜ, ਮੂਰਖ ਪਾਹਨ ਮੈਂ ਪਰਮੇਸ਼ਰ ਨਹੀਂ। ਪੱਥਰ ਵਿੱਚ ਪਰਮੇਸ਼ਰ ਨਹੀਂ ਹੈਗਾ। ਠੀਕ ਹੈ ਨਾ? ਸਾਖਾ ਦਲ ਸਿੰਚਦੇ ਰਹੇ ਹੋ। ਵੀ ਉਹ ਤਾਂ ਮਨੁੱਖ ਮਨ ਏਦਾਂ ਹੀ ਆ ਜਿਵੇਂ ਦਰਖਤ ਦੇ ਦਲ ਜਿਹੜੇ ਪੱਤੇ ਆ ਤੇ ਸਾਖਾ ਟਾਹਣੀਆਂ ਨੂੰ ਹੀ ਸਿੰਚਦਾ ਰਿਹਾ ਹੋਵੇ ਪਾਣੀ, ਤੇ ਮੁੱਢ ਜਿਉਂ ਨਹੀਂ ਸਿੰਚੋ ਮੂਰ, ਤੇ ਇਉਂ ਮੂਰ ਕਹੀਏ ਮੁੱਢ, ਮੂਲ ਨੂੰ ਤੇ ਸਿੰਚਿਆ ਹੀ ਨਹੀਂ ਪਾਣੀ। ਮੁੱਢ ਨੂੰ ਪਾਣੀ ਦਿੰਦਾ ਤੇ ਸਾਰੀ ਥਾਂ ਜਾਣਾ ਸੀ, ਉੱਤੇ ਪੱਤਿਆਂ ਨੂੰ ਦਿੱਤਾ, ਮੁੱਢ ਨੂੰ ਪਾਣੀ ਨਹੀਂ ਦਿੱਤਾ ਤੇ ਰੁੱਖ ਤੇ ਸੁੱਕਣਾ ਹੀ। ਉੱਥੋਂ ਫਲ ਕਿੱਥੋਂ ਪ੍ਰਾਪਤ ਹੋਣਾ? ਰੁੱਖ ਸੁੱਕ ਜਾਣਾ, ਫਲ ਕੋਈ ਪ੍ਰਾਪਤ ਨਹੀਂ ਹੋਣਾ, ਕਿਉਂਕਿ ਉੱਤੇ ਪਾਣੀ ਨਹੀਂ ਦੇਈਦਾ, ਪਾਣੀ ਮੁੱਢ 'ਚ ਦੇਈਦਾ। ਮੁੱਢ 'ਚੋਂ ਹੀ ਰੁੱਖ ਖਿੱਚ ਕੇ ਤਾਂ ਨੂੰ ਫੜਦਾ। ਤੇ ਇਸੇ ਪ੍ਰਕਾਰ ਹੀ ਆ ਵੀ ਦੇਵੀ ਦੇਵਤੇ ਰੂਪ ਜਿਹੜੇ ਟਾਹਣੀਆਂ ਦੀ ਨਿਆਈ ਆ, ਜੀਵ ਰੂਪ ਪੱਤੇ ਆ, ਅਥਵਾ ਭੂਤ ਪ੍ਰੇਤ, ਗੋਗੇ ਪੀਰ, ਸੁਲਤਾਨ 11ਵੀਂ ਵਾਲਾ ਪੀਰ। ਸਾਡੀ ਮਾਈ ਨੇ ਬੜੀ ਸੇਵਾ ਕੀਤੀ, ਜਿਵੇਂ ਜਠੇਰਿਆਂ ਲੋਕ ਪੂਜੀ ਜਾਂਦੇ ਆਪਣੇ ਨਗਰ ਵਿੱਚ, ਪਿੰਡ। ਇਹ ਪੱਤੇ ਆ, ਜਿੰਨੇ ਗੁੱਗੇ ਸੁਲਤਾਨ ਆ ਨਾ, ਭੂਤ ਪ੍ਰੇਤ, ਬੜੀਆਂ ਮਸਾਣਾ, ਜਠੇਰੇ, ਇਹ ਤੇ ਪੱਤਿਆਂ ਦੀ ਨਿਆਈ ਆ, ਤੇ ਦੇਵੀ ਦੇਵਤੇ ਰੂਪ ਠਾਣੇ ਆ। ਤੇ ਇਹਨਾਂ ਨੂੰ ਜਿਹੜਾ ਮਨੁੱਖ ਪੂਜਦਾ ਰਿਹਾ ਜਾਂ ਪੂਜਦਾ ਰਹੂਗਾ, ਇਹਨਾਂ ਦੀ ਸੇਵਾ ਕਰਦਾ ਰਹੂਗਾ, ਤੇ ਉਹ ਦੱਸੋ ਉਹਦੀ ਤੇ ਹਾਲਤ ਵੀ ਉਹ ਨਹੀਂ ਸਿੰਚੋ ਮੂਰ। ਜਿਹੜਾ ਮੂਰ ਮੁੱਢ ਰੂਪ ਆ ਨਾ, ਉਹ ਕੀ? ਪਰਮੇਸ਼ਰ, ਦੇਵੀ ਦੇਵਤਿਆਂ ਦਾ ਮਾਲਕ, ਗੁੱਗੇ ਸੁਲਤਾਨਾਂ ਦਾ ਮਾਲਕ। ਮੁੱਢ ਰੂਪ ਪਰਮੇਸ਼ਰ ਨੂੰ ਜਿਹੜਾ ਸਿਮਰਨਾ ਨਾ, ਮੰਨਣਾ, ਪੂਜਣਾ, ਇਸ ਰੂਪ ਸਿੰਜਿਆ ਨਹੀਂ। ਮਾਨੋ ਇਹਨੂੰ ਸਿਮਰਨ ਕਾਰੂ ਪਾਣੀ ਨਹੀਂ ਸਿੰਜਿਆ। ਮੁੱਢ ਨੂੰ ਛੱਡ ਕੇ ਜਿਵੇਂ ਟਾਹਣੇ ਪੱਤਿਆਂ ਦਾ ਸਿੰਜਣਾ ਵਿਅਰਥ ਆ, ਇਉਂ ਪਰਮੇਸ਼ਰ ਨੂੰ ਛੱਡ ਕੇ ਦੇਵੀ ਦੇਵਤੇ, ਗੁੱਗੇ ਸੁਲਤਾਨਾਂ ਦੀ ਪੂਜਾ ਕਰਨੀ ਵੀ ਸਾਰੀ ਵਿਅਰਥ ਆ। ਭਾਵ ਤੇਰਾ ਸ਼ੁੱਧ ਸਰੂਪ ਕੀ ਆ? ਬ੍ਰਹਮ ਸਰੂਪ। ਉਹਨੂੰ ਛੱਡ ਕੇ ਜਿਹੜਾ ਇਹ ਸਰੀਰ ਆ ਨਾ, ਸਰੀਰ ਨੂੰ ਸਿੰਜਣਾ, ਸਰੀਰ ਦੀ ਪਾਲਣਾ ਪੋਸ਼ਣਾ ਕਰਨੀ, ਮਨ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ, ਬੁੱਧੀ ਦੇ ਨਿਰਣੇ ਪੂਰੇ ਕਰਨੇ, ਚਿਤਵਨੀਆਂ ਪੂਰੀਆਂ ਕਰਨੀਆਂ, ਸਰੀਰ ਦੇ ਸੁੱਖਾਂ ਨੂੰ ਪੂਰਾ ਕਰਨਾ, ਬ੍ਰਹਮ ਆਤਮਾ ਨੂੰ ਨਹੀਂ ਜਾਣਨਾ,
ਇਹ ਮਾਨੋ ਕਿ ਮੁੱਢ ਰੂਪ ਮਹਾਤਮਾ ਨੂੰ ਨਹੀਂ ਗਿਆਨ ਕਰਨ ਰੂਪ ਸਿੰਜਿਆ ਨਹੀਂ। ਆਤਮਾ ਦਾ ਗਿਆਨ ਰੂਪੀ ਜਲ ਦੇ ਕੇ ਆਤਮ ਰੂਪ ਮੁੱਢ ਨੂੰ ਨਹੀਂ ਸਿੰਜਿਆ, ਤੇ ਸਗੋਂ ਵਿਸ਼ਿਆਂ ਪਦਾਰਥਾਂ ਰੂਪੀ ਜਲ ਦੇ ਨਾਲ ਜਿਹੜੀਆਂ ਸਾਖਾ ਕਹੀਏ ਮਨ ਬੁੱਧ ਚਿੱਤ ਅਹੰਕਾਰ ਅੰਤः ਕਰਨਿਆ, ਦਲ ਕਹੀਏ ਜਿਹੜੇ ਪੱਤੇ ਨਹੀਂ ਸਰੀਰ ਹੈ, ਇਹਨੂੰ ਸਿੰਜਦਾ ਰਿਹਾ, ਇਹਦੀ ਜਿਹੜੀ ਮਨਤਾ ਕਰਦਾ ਰਿਹਾ। ਤੇ ਫਿਰ ਕਿੱਥੋਂ ਮੁੱਢ ਰੂਪ ਜਿਹੜਾ ਪ੍ਰਕਾਸ਼ ਰੂਪ ਚੇਤਨ ਬ੍ਰਹਮ ਆਤਮਾ, ਉਹਦੀ ਪ੍ਰਾਪਤੀ ਕਿੱਥੋਂ, ਉਹ ਫਲ ਕਿੱਥੋਂ ਮਿਲੇਗਾ? ਬ੍ਰਹਮ ਗਿਆਨ ਰੂਪੀ ਆਤਮ ਗਿਆਨ ਹੁੰਦਾ ਤੇ ਬ੍ਰਹਮ ਗਿਆਨ ਰੂਪੀ ਫਲ ਮਿਲਦਾ, ਉਹ ਕਿੱਥੋਂ ਪ੍ਰਾਪਤ ਉਹ ਨਹੀਂ ਹੋ ਸਕਦਾ। ਉਹ ਤਾਂ ਹੀ ਹੋ ਜੇ ਆਤਮਾ ਜੋ ਮੋਢਿਆ, ਜੇ ਇਸ ਨੂੰ ਇਹਦਾ ਚਿੰਤਨ ਕਰ ਰੂਪੀ ਜਲ ਸਿੰਚੂਗਾ ਤੇ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰੂਗਾ। ਦੋਹਰਾ ਪਿਛੇ ਜਿਹੜਾ ਪਾਠ ਯਾਦ ਹੈ, ਇਹ ਦੋ ਪਾਠ ਵਿਦਵਾਨ ਕਰਦੇ। ਮੁੱਖ ਪਾਠ ਭਲਾ ਕੀ ਹੈ? ਸਾਖਾ ਦਲ ਸਿੰਚਿਤ ਰਹਿਓ। ਸਿੰਚਿਤ ਦੇ ਸੱਸੇ ਨੂੰ ਬਿਹਾਰੀ ਉੱਤੇ ਬਿੰਦੀ ਚੱਚਾ ਤੱਤੇ ਨੂੰ ਸਿਹਾਰੀ ਆ। ਸਿੰਚਿਤ ਐਵੇਂ ਪਾਠ ਕਰਨਾ, ਸਿੰਚਿਤ ਰਹਿਓ। ਹੈ ਯੋ ਨਹਿ ਪਾਠ ਇੱਥੇ ਸ਼ੋਧਿਆ, ਨੰਨਾ ਹਾਏ ਸਿਹਾਰੀ ਨਹਿ ਯੋ ਨਹਿ ਸਿੰਚਿਓ ਮੂਰ, ਤੇ ਸਿੰਚਿਓ ਦੇ ਚੱਚੇ ਨੂੰ ਵੀ ਸਿਹਾਰੀ ਆ, ਸਿੰਚਿਓ ਮੂਰ। ਏਦਾਂ ਪਾਠ ਆ, ਸਹੀ ਕਰ ਲੈਣਾ। ਜਿਹੜਾ ਪਹਿਲਾ ਸਿੰਚਿਤ ਆ ਉਹਦੇ ਤੱਤੇ ਨੂੰ ਵੀ ਸਿਹਾਰੀ ਆ, ਜਿਹੜਾ ਦੂਸਰਾ ਸਿੰਚਿਓ ਦੇ ਚੱਚੇ ਨੂੰ ਸਿਹਾਰੀ ਆ। ਤੇ ਨਹੀਂ ਦੀ ਥਾਂ ਪਾਠ ਨਹਿ ਹੈ, ਨੰਨਾ ਹਾਏ ਸਿਹਾਰੀ। ਦੋਹਰਾ ਜੈਸੇ ਸਾਂਚੇ ਮੈਂ ਪਰੇ। ਹੁਣ ਕਹਿੰਦੇ ਆ ਕਵੀ ਨਾਥਪੁਰੀ ਜੀ, ਜੈਸੇ ਕਹੀਏ ਜਿਵੇਂ ਸਾਂਚੇ ਕਹੀਏ ਸੰਚੇ, ਮੈਂ ਕਹੀਏ ਵਿੱਚ, ਪਰੇ ਕਹੀਏ ਪੈ ਕੇ। ਭਾਵ ਜਿਵੇਂ ਸੰਚੇ ਵਿੱਚ ਪੈ ਕੇ। ਹੋਤ ਕਣਕ ਬਹੁ ਅੰਗ, ਉਹ ਜਿਹੜਾ ਕਣਕ ਸੋਨਾ ਵਾ ਉਹ ਬਹੁ ਕਹੀਏ ਬਹੁਤ, ਅੰਗ ਕਹੀਏ ਤਰ੍ਹਾਂ ਦਾ ਹੋ ਜਾਂਦਾ। ਭਾਵ ਅਨੇਕ ਤਰ੍ਹਾਂ ਦਾ ਬਣ ਜਾਂਦਾ ਹੈ। ਵੱਖੋ ਵੱਖਰੇ ਆਕਾਰਾਂ ਦੇ ਜਿਹੜੇ ਨਾ ਗਹਿਣੇ ਬਣ ਜਾਂਦੇ ਆ, ਕਦੀ ਹਾਰ, ਕਦੀ ਕਾਂਟੇ, ਕਦੀ ਵਹੁਟੇ। ਜਿਹੜਾ ਵੀ ਤੁਸੀਂ ਸੋਨੇ ਦਾ ਕੋਈ ਪਦਾਰਥ ਬਣਾਉਣਾ ਤਾਂ ਹੁੰਦਾ ਕਿੱਥੇ ਆ? ਕਠਾਲੀ 'ਚ ਪਾ ਕੇ ਢਾਲਿਆ ਜਾਂਦਾ, ਸੰਚੇ 'ਚ ਪਾ ਕੇ ਹੁੰਦਾ ਨਾ। ਜਿਹੋ ਜਿਹਾ ਸੰਚਾ ਲਊਗੇ ਤੇ ਉਹੋ ਜਿਹਾ ਹੀ ਉਹ ਫਿਰ ਸੋਨਾ ਹੋ ਜਾਂਦਾ। ਜੈਸੀ ਸਾਂਚੇ ਮੈਂ ਭਰੇ, ਭਾਵ ਜਿਵੇਂ ਸੰਚੇ ਦੇ ਵਿੱਚ ਭਰੇ ਕਹੀਏ ਪੈ ਕੇ। ਹੋਤ ਕਣਕ ਬਹੁ ਅੰਗ, ਕਣਕ ਜਿਹੜਾ ਸੋਨਾ ਵਾ ਉਹ ਬਹੁਤ ਅੰਗ ਕਹੀਏ ਤਰ੍ਹਾਂ ਦਾ ਹੋਤ ਹੋ ਜਾਂਦਾ। ਭਾਵ ਅਨੇਕਾਂ ਤਰ੍ਹਾਂ ਦੇ ਗਹਿਣਿਆਂ ਦੇ ਰੂਪ ਧਾਰ ਲੈਂਦਾ। ਵੱਖੋ ਵੱਖਰੇ ਘਰਾਂ ਦੇ ਨਾਂ ਬਣ ਜਾਂਦੇ। ਉਹ ਗਹਿਣਿਆਂ ਵੀ ਕਾਂਟੇ ਆ, ਵੀ ਹਾਰ ਆ, ਏਦਾਂ ਗਹਿਣੇ ਬਣ ਜਾਂਦੇ। ਜੇ ਨਾ ਵਤ ਯੋ ਬ੍ਰਹਮ ਮੈਂ, ਯੋ ਕਹੀਏ ਇਸੇ ਤਰ੍ਹਾਂ ਬ੍ਰਹਮ ਜਿਹੜਾ ਵਿਆਪਕ, ਮੈਂ ਕਹੀਏ ਸਰੂਪ ਹੈ। ਮੰਮਾ ਜਈਆ ਪਾਠ ਹੈ ਤੇ ਉਹਨੂੰ ਮੰਮੇ ਦਲਾਵਾਂ ਹੀ ਕਰਕੇ ਪੜ੍ਹ ਲੈਣਾ ਹੁੰਦਾ, ਮੈਂ ਬਿੰਦੀ ਤੋਂ ਬਿਨ। ਉਹਦਾ ਅਰਥ ਹੁੰਦਾ ਰੂਪ। ਇਸੇ ਤਰ੍ਹਾਂ ਜੋ ਵਿਆਪਕ ਬ੍ਰਹਮ ਦਾ ਅਰਥ ਵਿਆਪਕ, ਇਸੇ ਤਰ੍ਹਾਂ ਯੋ ਦਾ ਅਰਥ ਇਸੇ ਤਰ੍ਹਾਂ ਜਾਇਓ। ਇਸੇ ਤਰ੍ਹਾਂ ਵਿਆਪਕ ਸਰੂਪ ਵਿੱਚ ਸਾਰਾ ਸੰਸਾਰ ਜਿਹੜਾ ਆ ਨਾ, ਲੈ ਉਪਾਦ ਕੋ ਸੰਗ, ਸਾਰਾ ਸੰਸਾਰ ਜਿਹੜਾ ਨਾ ਉਹ ਉਪਾਦ ਕਹੀਏ ਮਾਇਆ ਦੀ ਉਪਾਧੀ ਕੋ ਕਹੀਏ ਦਾ, ਮਾਇਆ ਦੀ ਉਪਾਧੀ ਦਾ ਸੰਗ ਕਹੀਏ ਮਿਲਾਪ ਹੋਣ ਕਾਰਨ ਨਾਨਾਵਤ ਅਨੇਕ ਤਰ੍ਹਾਂ ਦਾ ਹੈ। ਨਾਨਾਵਤ ਯੋ ਬ੍ਰਹਮ,
ਇਉਂ ਹੀ ਬ੍ਰਹਮ ਰੂਪ ਜਿਹੜਾ ਨਾਨਾਵਤ ਹੋ ਜਾਂਦਾ। ਕਿੱਦਾਂ? ਲੈ ਉਪਾਦ ਕੋ ਸੰਗ, ਉਪਾਧੀ ਦਾ ਸੰਗ ਲੈ ਕੇ। ਉਹ ਕਿਹੜੀ ਉਪਾਧੀ? ਮਾਇਆ ਦੀ ਉਪਾਧੀ ਕਰਕੇ। ਹਾਂਜੀ। ਤੇ ਅੰਤਰੀ ਵਾਰਥੇ ਦਾ ਵੇ ਜੈਸੇ ਸਾਂਚੇ ਮੈਂ ਬਰੇ। ਕਿ ਆਪਾਂ ਅਰਥ ਉਹਦਾ ਕੀਤਾ ਹੈ ਨਾ ਵੀ ਜਿਵੇਂ ਸਾਂਚੇ ਵਿੱਚ ਪੈ ਗਏ। ਇੱਧਰ ਸੰਚਾ ਕਿਹੜਾ? ਵੀ ਮਾਇਆ, ਮਾਇਆ ਰੂਪ ਸੰਚਾ। ਉਹਦੇ ਵਿੱਚ ਪੈ ਕੇ, ਜਾਂ ਅੰਤःਕਰਨ ਵੀ ਇੱਕ ਸੰਚਾ ਹੀ ਆ। ਇਹਦੇ ਇਸ ਰੂਪ ਸੰਚੇ ਵਿੱਚ ਪੈ ਕੇ ਜਿਹੜਾ ਬ੍ਰਹਮ ਰੂਪ ਸੋਹਣਾ ਨਾ, ਬਹੁਤੇ ਰੂਪਾਂ ਸ਼ਕਲਾਂ ਵਿੱਚ ਹੋ ਜਾਂਦਾ। ਅੰਤःਕਰਨ ਕੁੱਤੇ ਦੇ, ਡੰਗਰ ਦੇ, ਛੋਟੇ ਵੱਡੇ ਜੀ ਦੇ ਅੰਤःਕਰਨ 'ਚ ਬ੍ਰਹਮ ਦਾ ਪ੍ਰਕਾਸ਼ ਹੈ ਨਾ ਹਿਰਦੇ 'ਚ, ਤੇ ਉਹ ਵੇਖੋ ਕਿੰਨੇ ਆਕਾਰ ਕਰ ਲੈਂਦਾ। ਅੰਤःਕਰਨ ਵਿੱਚ ਜਾਂ ਸਰੀਰ ਰੂਪ ਸੰਚੇ ਦੇ ਵਿੱਚ ਪੈ ਕੇ ਬ੍ਰਹਮ ਦਾ ਜਿਹੜਾ ਬ੍ਰਹਮ ਵਾਹਿਗੁਰੂ ਚੇਤਨ ਆ, ਉਹ ਚੇਤਨ ਕਰਕੇ ਕਿੰਨੇ ਆਕਾਰ ਬਦਲਦਾ। ਕੁੱਤਾ, ਬਿੱਲੀਆਂ, ਇਸ ਰੂਪ ਜਿਹੜੇ ਗਹਿਣੇ ਹੋ ਜਾਂਦੇ ਆ। ਜਿੰਨੇ ਜੀਵ ਤੁਸੀਂ ਜੂਨਾ ਦੇਖਣ ਦੇ ਹੋ, ਇਹਦੇ ਵਿੱਚ ਬ੍ਰਹਮ ਰੂਪ ਸੋਹਣਾ ਆ। ਤੇ ਅੰਤःਕਰਨ ਸਾਰਿਆਂ ਜੀਵਾਂ ਦੇ ਹਿਰਦੇ 'ਚ ਇਹ ਮਾਨੋ ਠੱਪਾ ਆ, ਚਾਹੇ ਸੰਚਾ। ਇਹ ਸੰਚੇ ਵਿੱਚ ਬ੍ਰਹਮ ਦਾ ਚੇਤਨ ਤੇ ਪੈਣਾ ਹੀ ਹਿਰਦੇ 'ਚ। ਤੇ ਉਸ ਰੂਪ ਕਰਕੇ ਬਹੁਤੀਆਂ ਸ਼ਕਲਾਂ ਹੋ ਜਾਂਦੀਆਂ। ਅੰਤःਕਰਨ ਜਿਹੜਾ ਫਿਰ ਨਾਨਾਵਤ ਜੋ ਬ੍ਰਹਮ ਹੈ, ਬ੍ਰਹਮ ਰੂਪ ਜਿਹੜਾ ਵਾ ਨਾਨਾਵਤ, ਨਾਨਾ ਹੀ ਰੂਪ ਹੋ ਜਾਂਦਾ। ਉਹ ਕਿਵੇਂ? ਲੈ ਉਪਾਦ ਕੋ ਸੰਗ। ਅੰਤःਕਰਨ ਜਿਹੜਾ ਨਾ, ਉਹਦੀ ਉਪਾਧੀ ਦੇ ਸੰਗ ਕਰਕੇ, ਜਾਂ ਮਾਇਆ ਦੀ ਉਪਾਧੀ ਕਰਕੇ ਬ੍ਰਹਮਾਂ ਵਿੱਚ ਨਾਨਾਪਨ ਪੈਦਾ ਹੋ ਜਾਂਦਾ। ਉਪਾਧੀ ਕਰਕੇ ਹੀ ਬਹੁਤੇ ਜਿਹੜੇ ਆ ਨਾ, ਉਹ ਸਰੀਰਾਂ ਦੇ ਜਿੰਨੇ ਸਰੀਰ ਆ, ਕਿੰਨੇ ਮਨੁੱਖ ਆ, ਕਰੋੜਾਂ ਦਾ ਮਨੁੱਖ ਆ, ਕਿੰਨੇ ਜੀਵ ਜੰਤੂ ਆ, ਇਹ ਸਾਰੇ ਉਪਾਧੀਆਂ ਵਾ। ਜਿੰਨੇ ਸਰੀਰ ਇਹ ਉਪਾਧੀਆਂ ਕਰਕੇ ਇੰਨੇ ਹੀ ਹੁਣ ਆਪਾਂ ਨੂੰ ਆਤਮ ਸਰੂਪ ਦਿਖਣ ਡੇ। ਹਰੇਕ 'ਚ ਹੀ ਆਤਮਾ ਨਾ, ਪਰ ਆਤਮਾ ਦੇ ਵਿਆਪਕ ਆ। ਉਪਾਧੀਆਂ ਕਰਕੇ ਨਾਨਾਪਨ ਵਿੱਚ ਪੈਦਾ ਹੋਣ ਡਿਆ। ਨਾਨਾਵਤ, ਨਾਨਾਪਨ। ਉਹ ਜਿਵੇਂ ਉਪਾਧੀ ਹੁੰਦੀ ਰੁਤਬਾ। ਕਿੱਦਾਂ? ਹੁਣ ਬੰਦਾ ਤਾਂ ਇੱਕ ਹੀ ਆ, ਉਹੀ ਬੰਦਾ ਇੱਕ ਹੀ ਆ। ਉਹਦਾ ਨਾਂ ਹੀ ਕਿਤੇ ਤਾਇਆ ਵਾ, ਉਹਦਾ ਨਾਂ ਹੀ ਚਾਚਾ ਆ, ਉਹਦਾ ਨਾਂ ਹੀ ਅੰਕਲ ਆ, ਉਹਦਾ ਨਾਂ ਹੀ ਡੈਡੀ ਹੈ। ਉਹ ਉਪਾਧੀਆਂ ਨੇ ਵੱਖੋ ਵੱਖਰੀਆਂ। ਡੈਡੀ, ਉਹੀ ਬੰਦਾ DSP ਆ, ਉਹੀ ਬੰਦਾ SHO ਆ, ਉਹੀ ਬੰਦਾ ਮੰਤਰੀ ਆ, ਉਹੀ ਬੰਦਾ ਰਾਸ਼ਟਰਪਤੀ ਆ। ਉਪਾਧੀਆਂ ਦੇ ਨਾਂ ਹੀ ਆ ਬਸ, ਹੈ ਤਾਂ ਬੰਦਾ ਇੱਕੋ ਹੀ। ਨਾਨਾਵਤ ਉਹਦੇ ਨਾਂ ਪ੍ਰਗਟ ਹੋਣ ਡੇ। ਕਿਸੇ ਵਸਤੂ ਦਾ ਗਿਆਨ ਕਰਾਉਣ ਦਾ ਕਾਰਨ ਜੋ ਵਸਤੂ ਤੋਂ ਭਿੰਨ ਹੋਵੇ, ਜਿਸ ਤਰ੍ਹਾਂ ਘੜਾ ਆਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ਼ ਤੋਂ ਜੁਦਾ ਹੁੰਦਾ ਹੈ, ਉਹ ਉਪਾਧੀ ਹੁੰਦੀ। ਕਿੱਦਾਂ? ਨਾਨਾਵਤ ਇਵੇਂ ਆ, ਜਿਵੇਂ ਅੱਗੇ ਹੀ ਦੱਸਿਆ ਕਿ ਬ੍ਰਹਮ ਵਿਆਪਕ ਆ, ਆਕਾਸ਼ ਦੀ ਨਿਆਈ। ਤੇ ਆਕਾਸ਼ ਤੋਂ ਲਾ ਲਓ ਵੀ ਇੱਕ ਮਹਾ ਆਕਾਸ਼ ਜਿੰਨਾ ਖਾਲੀ ਥਾਂ ਸਾਰਾ ਮਹਾ ਆਕਾਸ਼ ਹੀ ਆ। ਉਹ ਜਿਹੜੇ ਘੜੇ ਪਏ ਆ, ਘੜਿਆਂ ਵਿੱਚ ਜਿਹੜੀ ਖਾਲੀ ਥਾਂ, ਉਹਦਾ ਨਾਂ ਘੜਾ ਆਕਾਸ਼ ਆ। ਉਹ ਘੜੇ 1000 ਪਏ ਦੇ ਹੋਣੇ ਕਰਕੇ ਹੀ ਘੜਾ ਆਕਾਸ਼ ਉਹਦਾ ਨਾਂ ਪੈ ਗਿਆ, ਵੀ 1000 ਘੜਾ ਆਕਾਸ਼ ਆ। ਵੀ ਇੰਨੇ ਆਕਾਸ਼ 1000 ਘੜਾ, 1000 ਘੜੇ 'ਚ ਖਾਲੀ ਥਾਂ ਹੈ, ਸਾਰੇ 1000 ਹੀ ਘੜਿਆਂ 'ਚ ਖਾਲੀ, 1000 ਹੀ ਆਕਾਸ਼ ਦਿਖਣ ਡਿਆ। ਉਹ ਉਪਾਧੀ ਕਰਕੇ ਨਾਨਾਪਨਾ ਹੋ ਗਿਆ ਨਾ ਮਹਾਂਕਾਸ਼ 'ਚ। ਹੈ ਤੇ ਮਹਾਂਕਾਸ਼ ਇੱਕੋ ਹੀ ਹੈ, ਘੜਿਆਂ ਕਰਕੇ ਨਾਨਾਵਤ ਦਿਖਣ ਡੇ। ਜਦੋਂ 1000 ਘੜਾ ਟੁੱਟ ਗਿਆ ਤੇ ਰਹਿ ਗਿਆ ਮਹਾਂਕਾਸ਼। ਘੜਾ ਉਪਾਧੀ ਟੁੱਟ ਗਈ, ਰਹਿ ਗਿਆ ਮਹਾਂਕਾਸ਼। ਸਰੀਰ ਰੂਪੀ ਘੜੇ ਆ ਤੇ ਜਾਂ ਹਿਰਦੇ ਰੂਪੀ ਘੜੇ ਆ। ਮਹਾਂਕਾਸ਼ ਦੀ ਨਹੀਂ, ਬ੍ਰਹਮ ਦਾ ਸਾਰਿਆਂ ਵਿੱਚ ਹੀ
ਹਿੱਸਾ ਵੰਡਿਆ, ਜਿਵੇਂ ਮਹਾਂਕਾਸ਼ ਦਾ ਘੜਿਆਂ ਵਿੱਚ ਖਾਲੀ ਥਾਂ 'ਚ ਹਿੱਸਾ ਹੁੰਦਾ। ਇਸੇ ਤਰ੍ਹਾਂ ਸਰੀਰਾਂ ਰੂਪੀ ਘੜਿਆਂ ਵਿੱਚ ਮਹਾਂਕਾਸ਼ ਰੂਪੀ ਬ੍ਰਹਮ ਦਾ ਹਿੱਸਾ ਵੰਡਿਆ, ਤੇ ਜਿੰਨੇ ਜੀਵ ਆ ਉਹ ਨਾਨਾਪਨ ਬ੍ਰਹਮ 'ਚ ਦਿਖਣ ਡਿਆ। ਨਾਨਾਪਨ ਦਿਖਣ ਡਿਆ ਵੀ ਇੰਨੇ ਸਰੀਰ ਆ। ਇਹ ਜਦੋਂ ਸਰੀਰਾਂ ਰੂਪੀ ਘੜੇ ਸਾਰੇ ਨਾਸ ਹੋ ਜਾਣਗੇ ਤੇ ਰਹਿ ਜੂਗਾ ਮਹਾਂਕਾਸ਼ ਦੀ ਨਹੀਂ ਇੱਕ ਬ੍ਰਹਮ। ਤਾਂ ਨਾਨਾਵਤ ਕਿਉਂ ਆ? ਉਪਾਧੀਆਂ ਕਰਕੇ, ਸਰੀਰਾਂ ਕਰਕੇ ਜਾਂ ਨਾਨਾਪਣਾ ਜਿਹੜਾ ਬ੍ਰਹਮ ਵਿੱਚ ਹੋਣ ਡਿਆ ਹੈ। ਮਾਇਆ ਦੀ ਉਪਾਧੀ ਕਰਕੇ, ਅੰਤःਕਰਨ ਦੀਆਂ ਉਪਾਧੀਆਂ ਕਰਕੇ, ਸਰੀਰ ਦੀਆਂ ਉਪਾਧੀਆਂ ਕਰਕੇ ਬ੍ਰਹਮ 'ਚ ਨਾਨਾਪਨ ਪੈਦਾ ਹੋਣ ਡਿਆ, ਬਹੁਤਾਪਨ ਦਿਖਣ ਡਿਆ। ਇਹ ਹੈ ਇਹਦਾ ਅਰਥ। ਮ੍ਰਿਦ ਵਿਕਾਰ, ਵਿਕਾਰ ਦੇ ਰਾਰੇ ਨੂੰ ਸਿਹਾਰੀ ਹੈ ਜੀ। ਤੇ ਹੇਮ ਵਿਕਾਰ, ਹਾਂਜੀ ਉਹ ਦੂਸਰਾ ਦੋਹਰਾ ਮ੍ਰਿਦ ਵਿਕਾਰ ਮ੍ਰਿਦ ਮੈਂ ਸਕਲ। ਉੱਪਰ ਸਮਝ ਆ ਗਈ ਨਾ? ਜੈਸੇ ਸਾਂਚੇ ਮੈਂ ਭਰੇ, ਕਿ ਜਿਸ ਤਰ੍ਹਾਂ ਸਾਂਚੇ ਦੇ ਵਿੱਚ ਪੈ ਕੇ ਸੋਨਾ ਖੋਦ ਕਣਕ ਬਹੁ ਅੰਗ, ਸੋਨਾ ਬਹੁਤੇ ਅੰਗਾਂ ਧਰਾਂ ਦਾ ਹੋ ਜਾਂਦਾ। ਇਸ ਨਾਨਾਵਾਦੀਓ ਬ੍ਰਹਮ ਮੈਂ ਲੈ ਉਪਾਦ ਕੋ ਸੰਗ। ਉਹਦੀ ਸੰਚੇ ਦੀ ਉਪਾਧੀ ਕਰਕੇ ਹੀ, ਜਿਹੜਾ ਸੋਨਾ ਤਾਂ ਇੱਕੋ ਹੀ ਸੀ, ਸੰਚੇ ਦੀ ਉਪਾਧੀ ਕਰਕੇ ਜਿਹੋ ਜਿਹਾ ਸੰਚਾ ਉਹ ਜਿਹਾ ਗਹਿਣਾ ਤਿਆਰ ਹੋ ਗਿਆ। ਇਸੇ ਤਰ੍ਹਾਂ ਹੀ ਬ੍ਰਹਮ ਵੀ ਸੋਨੇ ਦੀ ਨਹੀਂ ਇੱਕੋ ਹੀ ਹੈ। ਤੇ ਉਹ ਅੰਤःਕਰਨ ਰੂਪੀ ਮਾਇਆ ਦੀ ਉਪਾਧੀਆਂ ਕਰਕੇ ਵੱਖਰੇ ਵੱਖਰੇ ਗਿਆਨਾਂ ਦੀ ਨਿਆਈ ਆਕਾਰਾਂ ਦੇ ਰੂਪ 'ਚ ਹੋ ਗਿਆ। ਆ ਬੰਦਾ, ਕੁੱਤਾ, ਡੰਗਰ, ਏਦਾਂ ਸਮਝ ਲੈਣਾ। ਦੋਹਰਾ ਮ੍ਰਿਦ ਵਿਕਾਰ ਮ੍ਰਿਦ ਮੈਂ ਸਕਲ, ਵਿਕਾਰ ਦੇ ਰਾਰੇ ਨੂੰ ਵੀ ਸਿਹਾਰੀ ਹੈ। ਤੇ ਮ੍ਰਿਦ ਸ਼ਬਦ ਤੇ ਦੱਦਿਆਂ ਨੂੰ ਔਂਕੜਿਆ। ਜਿਵੇਂ ਮ੍ਰਿਦ ਕਹੀਏ ਮਿੱਟੀ, ਵਿਕਾਰ ਕਹੀਏ ਬਦਲ ਕੇ। ਬੇਨਾਮ ਹੁੰਦਾ ਉਲਟਦਾ, ਬੱਬੇ ਵਿੱਚੋਂ ਐੜਾ ਨਿਕਲਣਾ, ਬਹਾਨਾ ਕੀ ਆ? ਆਕਾਰ, ਬੇਆਕਾਰ। ਭਾਵ ਆਕਾਰ ਦਾ ਬੇ ਕਹੀਏ ਉਲਟ ਹੋ ਜਾਣਾ, ਬਦਲ ਜਾਣਾ, ਸਿੱਧਾ ਜਿਹਾ ਅਰਥ। ਜਿਵੇਂ ਮ੍ਰਿਦ ਕਹੀਏ ਮਿੱਟੀ, ਵਿਕਾਰ ਕਹੀਏ ਬਦਲ ਕੇ। ਉਹ ਘੜਾ ਬਣ ਜਾਂਦੀ ਆ, ਪਿਆਲਾ ਬਣ ਜਾਂਦੀ, ਚੱਪਣੀ ਬਣ ਜਾਂਦੀ। ਕਈ ਕੋ ਜਿਹੜੇ ਮਿੱਟੀ ਦੇ ਭਾਂਡੇ ਬਣਦੇ, ਤੇ ਉਹ ਇਸ ਤਰ੍ਹਾਂ ਘੜਾ ਬਹੁਤ ਤਰ੍ਹਾਂ ਦੇ ਬਰਤਨ ਰੂਪ ਵਿੱਚ ਬਣ ਜਾਂਦੀ ਹੈ। ਮ੍ਰਿਦ ਮੈਂ ਸਕਲ, ਪਰ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਸਕਲ ਕਹੀਏ ਸਾਰੇ ਬਰਤਨ ਜਿਹੜੇ ਆ ਨਾ, ਮ੍ਰਿਦ ਮੈਂ ਮਿੱਟੀ ਦੇ ਰੂਪ ਹੀ ਹੁੰਦੇ ਆ। ਭਾਵੇਂ ਚੱਪਣੀ ਆ, ਭਾਵੇਂ ਪਿਆਲਾ, ਭਾਵੇਂ ਘੜਾ, ਉਹ ਮਿੱਟੀ ਦਾ ਵਿਕਾਰ ਕਹੀਏ ਰੂਪ ਬਦਲ ਕੇ, ਭਾਵ ਮਿੱਟੀ ਤੋਂ ਘੜਾ ਬਣ ਗਿਆ, ਚੱਪਣੀ ਬਣ ਗਈ। ਪਰ ਮ੍ਰਿਦ ਮੈਂ ਸਕਲ ਹੈ ਤੇ ਉਹ ਮ੍ਰਿਦ ਕਹੀਏ ਮਿੱਟੀ ਰੂਪ ਹੀ ਹੈ ਨਾ ਸਾਰੇ। ਇਹਦੇ ਮਿੱਟੀ ਤੋਂ ਬਣੇ ਮਿੱਟੀ ਰੂਪ ਹੀ ਹੈ। ਠੀਕ ਹੈ ਜੀ। ਤੇ ਇਵੇਂ ਹੀ ਜਿਹੜੇ ਮਾਇਆ ਆ, ਅਵਿਦਿਆ ਆ, ਅੰਤःਕਰਨ, ਉਹਦੀ ਉਪਾਧੀ ਕਰਕੇ ਹੀ ਜਿਹੜਾ ਨਾ ਵਿਕਾਰ ਬਦਲ ਗਏ। ਬ੍ਰਹਮ ਤੋਂ ਜੋ ਜੀਵ ਜਾਂ ਈਸ਼ ਰੂਪੀ ਬਰਤਨ ਬਣੇ ਹੈ, ਉਹ ਸਭ ਬ੍ਰਹਮ ਦਾ ਰੂਪ ਹੀ। ਮਾਇਆ ਦੀ ਉਪਾਧੀ ਕਰਕੇ ਈਸ਼ਵਰ ਆ। ਜਿੰਨੇ ਹਿੱਸੇ 'ਚ ਬ੍ਰਹਮ ਦੇ ਜਿਹੜਾ ਮਾਇਆ ਦਾ ਹੈ ਅੰਸ਼ ਆਈ ਆ, ਉਹਦਾ ਨਾਮ ਈਸ਼ਰ ਹੈ। ਮਾਇਆ ਦੀ ਉਪਾਧੀ ਕਰਕੇ ਈਸ਼ਰ ਹੈ ਨਾ, ਤੇ ਮਾਇਆ ਦੀ ਉਪਾਧੀ ਕਰਕੇ ਜਿਹੜਾ ਜੀਵ ਆ, ਮਾਇਆ ਦੀ ਉਪਾਧੀ ਹਟ ਜੇ ਤੇ ਰਹਿ ਗਿਆ ਮਗਰ ਬ੍ਰਹਮ ਰੂਪ ਹੀ। ਉਹ ਉਪਾਧੀਆਂ ਕਰਕੇ। ਠੀਕ ਆ ਜੀ। ਵੀ ਉਪਾਧੀਆਂ ਕਰਕੇ ਉਹ ਬਦਲ ਜਾਂਦਾ। ਬ੍ਰਾਹਮੀ ਮਾਇਆ ਦੀ ਉਪਾਧੀ ਕਰਕੇ ਈਸ਼ਰ ਬਣ ਗਿਆ ਬਦਲ ਕੇ, ਤੇ ਬ੍ਰਾਹਮੀ ਮਾਇਆ ਦੀ ਉਪਾਧੀ ਕਰਕੇ ਹੀ ਜਾਂ ਅੰਤःਕਰਨ ਦੀ ਉਪਾਧੀ ਕਰਕੇ ਜੀਵ ਬਣ ਗਿਆ। ਤੇ ਉਪਾਧੀ ਜਦੋਂ ਹਟ ਗਈ, ਜਿਵੇਂ ਘੜਾ ਟੁੱਟ ਗਿਆ ਤੇ ਰਹਿ ਗਿਆ ਮਹਾਂਆਕਾਸ਼, ਇਸੇ ਤਰ੍ਹਾਂ ਹੀ
ਜਦੋਂ ਇਹ ਮਾਇਆ ਦੀ ਉਪਾਧੀ ਛੱਡ ਗਈ ਤੇ ਰਹਿ ਗਿਆ ਨਾ ਈਸ਼ਵਰ ਰਹਿਣਾ ਨਾ ਜੀਵ ਰਹਿਣਾ, ਰਹਿ ਜਾਣਾ ਬ੍ਰਹਮ। ਮਤਲਬ ਜੋ ਈਸ਼ਵਰ ਬਣਿਆ ਵਾ ਜਾਂ ਜੀਵ ਬਣਿਆ ਉਹ ਹੈ ਤੇ ਮਰਿਦ ਮੈਂ ਸਕਲ, ਬ੍ਰਹਮ ਦਾ ਹੀ ਰੂਪ ਹੈ ਨਾ, ਬ੍ਰਹਮ ਦਾ ਹੀ ਰੂਪ ਹੈ। ਇਹ ਸਮਝਣ ਦੀ ਲੋੜ ਆ। ਹਿਮ ਵਿਕਾਰ ਹਿਮ ਜਾਨ, ਵਿਕਾਰ ਦੇ ਇੱਥੇ ਵੀ ਰਾਰੇ ਨੂੰ ਸਿਹਾਰੀ ਆ ਤੇ ਜਾਨ ਦੇ ਨੰਨੇ ਨੂੰ ਸਿਹਾਰੀ ਆ। ਹੁਣ ਫਿਰ ਪਾਣੀ ਜਿਹੜਾ ਬਦਲ ਕੇ ਵਿਕਾਰ ਕਹੀਏ, ਪਾਣੀ ਬਦਲ ਕੇ ਹਿਮ ਕਹੀਏ, ਬਰਫ਼ ਬਣ ਜਾਂਦਾ। ਪਰ ਸੂਝਵਾਨ ਪੁਰਖ ਉਸ ਜਿਹੜੀ ਹਿਮ ਆ, ਅਗਲਾ ਦੋਵੇਂ ਹਿਮਾਂ ਦਾ ਅਰਥ ਆ ਬਰਫ਼। ਵੀ ਜਿਵੇਂ ਪਾਣੀ ਦਾ ਵਿਕਾਰ ਰੂਪ ਬਦਲ ਕੇ ਤੇ ਹਿਮ ਬਰਫ਼ ਬਣ ਜਾਂਦੀ ਆ, ਪਰ ਸੂਝਵਾਨ ਪੁਰਖ ਹਿਮ ਜਾਣ, ਉਹਨੂੰ ਬਰਫ਼ ਨਹੀਂ ਜਾਣਦਾ, ਬਰਫ਼ ਨੂੰ ਪਾਣੀ ਕਰਕੇ ਹੀ ਜਾਣਦਾ ਵੀ ਉਹਦੇ ਪਾਣੀ ਆ, ਠੀਕ ਨਹੀਂ, ਤੇ ਉਹਦਾ ਆਕਾਰ ਬਦਲ ਕੇ ਬਣੀ। ਅੱਜ ਫਿਰ ਵੀ ਪਾਣੀ ਤੋਂ ਬਦਲ ਕੇ ਜੋ ਗੜੇ ਆ ਜਾਂ ਬਰਫ਼ ਬਣਦੀ ਆ, ਸੋ ਪਾਣੀ ਰੂਪ ਹੀ ਜਾਣੀਦਾ। ਹਿਮ ਜਾਨ, ਉਸ ਬਰਫ਼ ਨੂੰ ਵੀ ਪਾਣੀ ਜਾਣਦਾ ਉਹ ਸੂਝਵਾਨ ਪੁਰਖ। ਇਵੇਂ ਹੀ ਹਿਮ ਵਿਕਾਰ ਹਿਮ ਜਾਨ, ਬ੍ਰਹਮ ਦਾ ਰੂਪ ਬਦਲ ਕੇ, ਠੀਕ ਆ, ਬ੍ਰਹਮ ਕੀ ਆ ਪਾਣੀ, ਬ੍ਰਹਮ ਰੂਪ ਪਾਣੀ ਦਾ ਹੀ ਆਕਾਰ ਬਦਲ ਕੇ ਨਾ, ਰੂਪ ਬਦਲ ਕੇ ਇਹ ਜੀਵ ਰੂਪੀ ਜਿਹੜਾ ਗੜਾ, ਜੀਵ ਰੂਪੀ ਜਿਹੜਾ ਨਾ ਗੜਾ ਬਣਦਾ, ਬਰਫ਼ ਬਣਦੀ ਆ ਈਸ਼ਵਰ। ਜੇ ਉਹ ਪਾਣੀ ਦਾ ਆਕਾਰ ਬਦਲ ਕੇ ਬਰਫ਼ ਬਣਦੀ ਹੈ ਨਾ, ਇਸੇ ਤਰ੍ਹਾਂ ਬ੍ਰਹਮ ਰੂਪ ਪਾਣੀ ਦਾ ਆਕਾਰ ਬਦਲ ਕੇ ਮਾਇਆ ਦੀ ਉਪਾਧੀ ਕਰਕੇ ਹਿਮ ਕਹੀਏ ਜੀਵ ਰੂਪੀ ਬਰਫ਼ ਬਣਦੀ ਹੈ ਤੇ ਈਸ਼ਵਰ ਰੂਪੀ ਬਰਫ਼ ਬਣਦੀ ਹੈ। ਤੇ ਪਰ ਉਸ ਜੀਵ ਈਸ਼ ਰੂਪੀ ਜਿਹੜੀ ਬਰਫ਼ ਆ, ਹਿਮ ਆ, ਉਹਨੂੰ ਜਿਹੜਾ ਉਹ ਗਿਆਨੀ ਪੁਰਸ਼ ਆ, ਉਹਨੂੰ ਬ੍ਰਹਮ ਰੂਪ ਪਾਣੀ ਹੀ ਜਾਣਦਾ, ਬ੍ਰਹਮ ਰੂਪ ਪਾਣੀ ਹੀ ਕਰਕੇ ਜਾਣਦਾ ਵੀ ਇਹ ਹੈ ਬ੍ਰਹਮ ਹੀ ਹੈ। ਇਹ ਤੇ ਮਾਇਆ ਦੀ ਉਪਾਧੀ ਕਰਕੇ ਜਿਹੜਾ ਵਾ ਇਹ ਤੇ ਵੀ ਬਣਿਆ ਮਾਇਆ ਰੂਪੀ ਜਿਹੜੀ ਠੰਡਕ ਆ, ਇਸ ਠੰਡਕ ਰੂਪ ਉਪਾਧੀ ਕਰਕੇ ਮਾਇਆ ਜਿਹੜੀ ਮਾਨੋ ਠੰਡਕ ਆ, ਮਾਇਆ ਰੂਪ ਠੰਡਕ ਦੇ ਉਪਾਧੀ ਕਰਕੇ ਇਹ ਜਿਹੜਾ ਬ੍ਰਹਮ ਰੂਪੀ ਆ ਜਲ, ਇਹ ਵਿਕਾਰ ਕੇ ਬਦਲ ਕੇ ਜੀਵ ਰੂਪੀ ਗੜਾ ਬਰਫ਼ ਬਣਿਆ ਵਾ, ਤੇ ਪਰ ਉਸ ਬਰਫ਼ ਨੂੰ ਹੀ ਉਹ ਬ੍ਰਹਮ ਕਰਕੇ ਹੀ ਜਾਣਦਾ। ਇਸ ਤਰ੍ਹਾਂ ਇਹਦਾ ਇਹ ਮਤਲਬ ਆ। ਤੰਤ ਵਿਕਾਰ ਸੋ ਤੰਤ ਹੀ, ਹੋਰ ਅੱਗੇ ਪ੍ਰਮਾਣ ਦਿੰਦੇ ਆ। ਤੰਤ ਕਹੀਏ ਧਾਗਾ, ਜਿਵੇਂ ਵਿਕਾਰ ਕਹੀਏ ਬਦਲ ਕੇ ਤੇ ਉਹ ਬਸਤਰ ਬਣ ਜਾਂਦਾ, ਸੋ ਤੰਤ ਹੀ। ਪਰ ਉਹ ਜਿਹੜਾ ਤੰਤ ਕਹੀਏ ਧਾਗਾ ਹੈਗਾ, ਤੇ ਉਹ ਜਿਹੜਾ ਤੰਤ ਵਿਕਾਰ, ਜਿਵੇਂ ਤੰਤ ਕਹੀ ਧਾਗਾ, ਵਿਕਾਰ ਕਹੀਏ ਬਦਲ ਕੇ ਤੇ ਬਸਤਰ ਬਣ ਜਾਂਦਾ, ਪਰ ਉਹ ਜਿਹੜਾ ਸੋ ਕਹੀਏ ਉਹ ਬਸਤਰ ਆ, ਹੈ ਤੇ ਤੰਤ ਹੀ, ਹੈ ਤੇ ਧਾਗਾ ਹੀ ਹੈ ਨਾ। ਮਤਲਬ ਧਾਗੇ ਤੋਂ ਬਸਤਰ ਬਣਿਆ, ਬਸਤਰ ਢੇਰ ਤੋਂ ਰਹਿ ਗਿਆ ਧਾਗਾ। ਹਾਂਜੀ, ਇਵੇਂ ਭਲਾ ਕੀ ਆ, ਬ੍ਰਹਮ ਰੂਪ ਧਾਗੇ ਤੋਂ ਹੀ ਇਹ ਸੰਸਾਰ ਰੂਪੀ ਜਿਹੜਾ ਬਸਤਰ ਬਣਿਆ, ਠੀਕ ਆ, ਤੇ ਉਹ ਸੰਸਾਰ ਕੀ ਹੈ, ਬ੍ਰਹਮ ਦਾ ਸਰੂਪ ਹੀ ਹੈ। ਬ੍ਰਹਮ ਕੀ ਹੈ ਧਾਗਾ, ਤੇ ਬ੍ਰਹਮ ਰੂਪੀ ਧਾਗਾ ਆਪਣਾ ਆਕਾਰ ਬਦਲ ਕੇ, ਰੂਪ ਬਦਲ ਕੇ ਕੀ ਬਣ ਗਿਆ, ਸੰਸਾਰ ਰੂਪੀ ਬਸਤਰ। ਸੰਸਾਰ ਰੂਪੀ ਬਸਤਰ ਜਦੋਂ ਗਿਆਨ ਕਰਕੇ ਦੇੜਿਆ ਜਾਊਗਾ, ਖਤਮ ਕੀਤਾ ਜਾਊ, ਨਾਸ਼ ਕੀਤਾ ਜਾਊ, ਤਾਂ ਰਹਿ ਕੀ ਗਿਆ, ਬ੍ਰਹਮ ਰੂਪੀ ਧਾਗਾ, ਭਾਵ ਬ੍ਰਹਮ ਦਾ ਹੀ ਸਰੂਪ ਆ। ਯੋ ਆਤਮ ਜਗਮਾਨ, ਇਹ ਸਿੱਖ ਇਉਂ ਕਹੀਏ, ਇਸੇ ਤਰ੍ਹਾਂ ਹੀ ਜਗ ਜਿਹੜਾ ਸੰਸਾਰ ਵਿੱਚ ਆ, ਜਿਹੜਾ ਆਤਮਾ ਤੇਰਾ, ਭਾਵ ਆਤਮਾ ਜਿਹੜਾ ਤੇਰਾ ਪਰਮਾਤਮਾ ਰੂਪ ਆ, ਉਹਨੂੰ ਮੰਨਣਾ ਕਰ। ਆਪਣੇ ਆਤਮਾ ਨੂੰ ਸਾਰੇ ਥਾਂ ਪਰਿਪੂਰਨ ਮੰਨ। ਤੇਰਾ ਆਤਮਾ ਪਰਮਾਤਮਾ ਰੂਪ ਆ, ਇਸ ਪ੍ਰਕਾਰ ਸਭ ਤੇਰਾ ਹੀ ਸਰੂਪ ਆ। ਇਹ ਕਹਿਣ ਦਾ
ਜਿਹੜਾ ਪ੍ਰਯੋਜਨ ਆ। ਇਸ ਪ੍ਰਕਾਰ ਜਿਹੜਾ ਸਿੱਖ ਆਤਮ ਜਿਹੜਾ ਬ੍ਰਹਮ ਆ ਨਾ, ਬ੍ਰਹਮ ਵਿੱਚ ਜਗਤ ਮਾਨਣਾ ਕਰ। ਇਸ ਪ੍ਰਕਾਰ ਬ੍ਰਹਮ ਵਿੱਚ ਜਗਤ ਦਾ ਜਿਹੜਾ ਮਾਨ ਕਹੀਏ ਸਤਿਕਾਰ ਜਾਣਨਾ ਕਰ। ਜਿਉ ਆਤਮ ਜਗ ਤੰਤ ਵਿਕਾਰ ਸੋ ਤੰਤ ਹੀ। ਤੰਤ ਵਿਕਾਰ ਸੋ ਤੰਤ। ਉੱਪਰ ਦੇਖੋ ਕਿੰਨੇ ਪ੍ਰਮਾਣ ਦਿੱਤੇ, 3 ਪ੍ਰਮਾਣ ਦਿੱਤੇ ਆ। ਬਰਫ ਪਾਣੀ ਦਾ, ਮਿੱਟੀ ਦਾ, ਧਾਗੇ ਦਾ। ਤੇ ਖੋਲ ਕੇ ਦੱਸਿਆ ਵਾ ਵੀ ਜਿਵੇਂ ਮਿੱਟੀ ਆਕਾਰ ਬਦਲ ਕੇ ਕਈ ਕੁਝ ਬਣ ਜਾਂਦਾ, ਪਰ ਹੈ ਮਿੱਟੀ ਰੂਪ ਹੀ ਆ। ਜਿਵੇਂ ਪਾਣੀ ਬਦਲ ਕੇ ਬਰਫ਼ ਗੜੇ ਬਣ ਜਾਂਦੇ, ਹੈ ਉਹ ਪਾਣੀ ਹੀ ਹੈ। ਜਿਵੇਂ ਧਾਗਾ ਬਦਲ ਕੇ ਬਸਤਰ ਬਣ ਜਾਂਦਾ, ਹੈ ਉਹ ਧਾਗਾ ਹੀ ਆ। ਇਉਂ ਬ੍ਰਹਮ ਜਿਹੜਾ ਤੇਰਾ ਆਤਮਾ ਆ ਜਾਂ ਬ੍ਰਹਮ ਆ, ਉਹ ਬਦਲ ਕੇ ਇਹ ਜੀਵ ਈਸ਼ਵਰ ਬਣਦਾ ਵਾ, ਹੈ ਉਹ ਬ੍ਰਹਮ ਹੀ, ਵੱਖਰਾ ਨਹੀਂ। ਈਸ਼ਵਰ ਵੱਖਰਾ ਨਹੀਂ, ਜੀਵ ਵੱਖਰਾ ਨਹੀਂ, ਹੈ ਬ੍ਰਹਮ ਰੂਪ ਹੀ ਆ। ਇਹ ਕਹਿਣ ਦਾ ਪ੍ਰਯੋਜਨ ਆ। ਠੀਕ ਹੈ ਜੀ। ਦੋਹਰਾ ਦੇਖਿਓ ਰਾਜ ਮੈਂ ਸਰਪਤਾ। ਦੇਖਿਓ ਰਾਜ ਮੈਂ ਸਰਪਤਾ, ਰਾਜ ਕਹੀਏ ਰਸੀ। ਦੇਖਿਓ ਰਾਜ ਮੈਂ ਸਰਪਤਾ। ਇਹ ਤੇ ਪ੍ਰਸ਼ਨ ਖੜਾ ਹੁੰਦਾ ਕਿ ਹੇ ਗੁਰੂ ਜੀ, ਇਹ ਤਾਂ ਆਪ ਜੀ ਨੇ ਵਿਵਹਾਰਤਵਾਦ ਦੁਆਰਾ ਦਰਸਾਇਆ ਕਿ ਬ੍ਰਹਮ ਸੰਸਾਰ ਰੂਪ ਆ, ਸੰਸਾਰ ਬ੍ਰਹਮ ਰੂਪ ਆ। ਵਿਵਹਾਰਤਵਾਦ ਹੁੰਦਾ ਜਿਹੜਾ ਬਦਲ ਜਾਵੇ, ਜਿਵੇਂ ਵੀ ਸੋਨੇ ਤੋਂ ਗਹਿਣੇ ਢਾਲ ਕੇ ਫਿਰ ਸੋਨਾ ਹੋ ਜਾਏ, ਇਹ ਵਿਵਹਾਰਤਵਾਦ ਆ। ਠੀਕ ਆ ਜੀ। ਜਿਵੇਂ ਸੋਨੇ ਤੋਂ ਬਣ ਗਏ ਗਹਿਣੇ, ਆਕਾਰ ਬਦਲ ਗਿਆ, ਫਿਰ ਢਾਲ ਕੇ ਫਿਰ ਸੋਨੇ ਕਰ ਲਈਦਾ, ਉਹਨੂੰ ਵਿਵਹਾਰਤਵਾਦ ਕਹਿੰਦੇ। ਤੇ ਕਹਿੰਦੇ ਵੀ ਆਪ ਜੀ ਨੇ ਵਿਵਹਾਰਤਵਾਦ ਦੁਆਰਾ ਦਰਸਾਇਆ ਗੁਰੂ ਜੀ ਕਿ ਬ੍ਰਹਮ ਸੰਸਾਰ ਰੂਪ ਆ, ਸੰਸਾਰ ਬ੍ਰਹਮ ਰੂਪ ਆ। ਭਾਵ ਤੂੰ ਬ੍ਰਹਮ ਵਿੱਚ ਆ ਤੇ ਬ੍ਰਹਮ ਤੇਰੇ ਵਿੱਚ ਆ। ਪਰ ਮਹਾਰਾਜ ਗੁਰੂ ਜੀ, ਜੇ ਦ੍ਰਿਸ਼ਟੀ ਕਰਕੇ ਸੰਸਾਰ ਦੀ ਪ੍ਰਤੀਤੀ ਜਿਹੜੀ ਆ ਨਾ ਵੇਖੀਏ ਤੇ ਬ੍ਰਹਮ ਤੋਂ ਵੱਖਰੀ ਦਿਖਦੀ ਹੈ। ਇਸ ਲਈ ਬਨਾਵਟ ਸੰਸਾਰ ਦੀ ਬ੍ਰਹਮ ਤੋਂ ਵੱਖਰੀ ਹੀ ਹੋਵੇਗੀ। ਬ੍ਰਹਮ ਜਿਹੜਾ ਸੰਸਾਰ ਆ ਬ੍ਰਹਮ ਤੋਂ ਵੱਖਰਾ ਦਿਖਦਾ। ਉੱਤਰ ਦਿੰਦੇ ਗੁਰੂ ਵੀ, ਇਹ ਸਿੱਖ, ਇਹ ਜਿਹੜੀ ਸੰਸਾਰ ਦੀ ਪ੍ਰਤੀਤੀ ਹੁੰਦੀ ਭੁਲੇਖੇ ਕਰਕੇ ਹੀ ਆ। ਵੀ ਜਿਵੇਂ ਗਹਿਣਾ, ਉਹ ਗਹਿਣਾ ਕਾਂਟਾ ਦੇ ਵੱਖਰਾ ਹੀ ਦਿਸਦਾ, ਪਰ ਹੈ ਉਹ 'ਚ ਸੋਨਾ ਹੀ ਆ। ਪਰ ਉਹ ਕਾਂਟਾ ਵੱਖਰਾ, ਹਾਰ ਵੱਖਰਾ। ਆਪਾਂ ਹਾਰ ਨੂੰ ਕਾਂਟਾ ਤਾਂ ਨਹੀਂ ਨਾ ਕਹਿ ਸਕਦੇ। ਇਹ ਗਹਿਣਿਆਂ ਰੂਪ ਜਿਹੜੇ ਸਰੀਰ ਆ, ਇਹ ਸੰਸਾਰ ਆ, ਇਹ ਵੱਖਰਾ ਦਿਖਦਾ। ਤੇ ਬ੍ਰਹਮ ਸੋਨੇ ਦੀ ਨਾਈ ਆ, ਉਹ ਦਿਖਦਾ ਕੋਈ ਨਹੀਂ। ਇਹ ਗੱਲ ਕਹਿਣ ਡਿਆ ਤੇ ਗੁਰੂ ਕਹਿੰਦੇ ਵੀ ਇਹ ਜਿਹੜੀ ਸੰਸਾਰ ਦੀ ਪ੍ਰਤੀਤੀ ਹੈ ਨਾ, ਸਿੱਖ ਭੁਲੇਖੇ ਕਰਕੇ ਹੀ, ਭ੍ਰਾਂਤੀ ਕਰਕੇ ਹੀ। ਵੀ ਉਹ ਫਿਰ ਕਿਵੇਂ ਗੁਰੂ ਜੀ ਅੱਗੇ ਨਿਰਣਾ ਕਰਦੇ। ਦੇਖਿਓ ਰਜ ਮੈਂ ਸਰਬਤਾ। ਜਿਸ ਤਰ੍ਹਾਂ ਭਰਮ ਕਰਕੇ ਇਸ ਇੱਕ ਰਜ ਕਹੀਏ ਰੱਸੀ ਵਿੱਚ, ਸਰਪ ਦਾ ਕਹੀਏ ਸੱਪ ਦੀ ਪ੍ਰਤੀਤੀ ਹੁੰਦੀ। ਭਾਵ ਕਿ ਰਾਤ ਦੇ ਹਨੇਰੇ ਵਿੱਚ ਰੱਸੀ ਤੋਂ ਸੱਪ ਦਾ ਭਰਮ ਪੈਦਾ ਹੁੰਦਾ। ਰੱਸੀ ਜਦੋਂ ਮਨ ਦਾ ਅੰਧਕਾਰ 'ਚ ਪਈ ਹੋਵੇ ਤੇ ਚੰਨ, ਮਤਲਬ ਨਾ ਹਨੇਰਾ ਹੀ ਬਹੁਤਾ ਹੋਵੇ ਸੰਘਣਾ, ਨਾ ਕਦੇ ਚਾਨਣੀ ਹੋਇਆ, ਮਨ ਦਾ ਅੰਧਕਾਰ ਜਿਹਾ। ਜਦੋਂ ਸੰਧਿਆ ਸਮੇਂ ਤੋਂ ਬਾਅਦ ਵੀ ਜੋ ਚੀਜ਼ਾਂ ਨਜ਼ਰ ਵੀ ਆਉਂਦੀਆਂ ਮਾੜੀ ਮਾੜੀ, ਉਹਨੂੰ ਮਨ ਦਾ ਅੰਧਕਾਰ ਕਿਹਾ ਜਾਂਦਾ। ਤੇ ਐਸੇ ਹਨੇਰੇ ਵਿੱਚ ਰੱਸੀ ਤੋਂ ਸੱਪ ਦਾ ਭਰਮ ਪੈਦਾ ਹੁੰਦਾ। ਰੱਸੀ ਪਈ ਹੋਵੇ ਤੇ ਪ੍ਰਤੀਤ ਹੁੰਦਾ ਵੀ ਇਹ ਸੱਪ ਆ। ਦੇਖਿਓ ਰਾਜ ਮੈਂ ਸਰਪਤਾ।
ਰੱਸੀ ਰਾਜ ਕਹੀਏ ਰੱਸੀ, ਰੱਸੀ ਮੈਂ ਕਹੀਏ ਵਿੱਚ। ਸਰਪ ਦਾ ਸੱਪਪੁਣਾ ਦੇਖਿਓ ਵੇਖਿਆ ਜਾਂਦਾ, ਠੂਠ ਚੋਰ ਕੇ ਭਾਏ। ਤੇ ਠੂਠ ਕਹੀਏ ਵੱਢਿਆ ਹੋਇਆ ਜਿਹੜਾ ਬ੍ਰਿਸ਼ ਆ, ਉਹ ਬ੍ਰਿਸ਼ ਦੇ ਮੁੱਢ ਨੂੰ ਸਮਾਨ ਅੰਧਕਾਰ ਵਿੱਚ ਜਿਹੜਾ ਚੋਰ ਕੇ ਭਾਏ, ਚੋਰ ਦੇ ਭਾਏ ਤਰ੍ਹਾਂ ਲੱਗੇ, ਭਾਵ ਉਸ ਨੂੰ ਚੋਰ ਮਨ ਬੈਠੇ ਜਾਂ ਚੋਰ ਦੇ ਤਰ੍ਹਾਂ ਭਾਏ ਪਾਉਂਦਾ ਹੋਵੇ। ਰਜਤ ਵਿਚਾਰਿਓ ਸੁਗਤ ਮੈਂ, ਸੁਗਤ ਕਹੀਏ ਸੀਪੀ, ਮੈਂ ਕਹੀਏ ਵਿੱਚ। ਰਜਤ ਕਹੀਏ ਚਾਂਦੀ ਨੂੰ, ਵਿਚਾਰਿਓ ਵਿਚਾਰ ਕੇ, ਆਇਓ ਮਨ ਲਲਚਾਏ, ਮੇਰੇ ਮਨ ਕਹੀਏ ਹਿਰਦੇ ਵਿੱਚ, ਲਲਚਾਏ ਕਹੀਏ ਲਾਲਚ ਆਇਓ ਆ ਗਿਆ, ਆ ਜਾਂਦਾ। ਠੀਕ ਆ, ਸਮਝ ਪਏਗੀ ਨਹੀਂ। ਦੇਖਿਓ ਰਜ ਮੈਂ ਸਰਪ ਦਾ, ਇਹ ਸਿੱਖ ਸੰਸਾਰ ਦੀ ਜਿਹੜੀ ਪ੍ਰਤੀਤੀ ਭੁਲੇਖੇ ਕਰਕੇ ਹੁੰਦੀ। ਕਿਵੇਂ ਵੀ ਜਿਵੇਂ ਦੇਖਿਆ ਹੋਵੇ, ਦੇਖਿਆ ਜਾਵੇ ਨਾ ਸਮਾਨ ਅੰਧਕਾਰ, ਮੰਦ ਅੰਧਕਾਰ ਜੇ ਚ, ਤੇ ਉਹ ਰਾਜ ਕਹੀਏ ਰੱਸੀ ਵਿੱਚ ਸੱਪ ਦੇਖਿਆ ਜਾਂਦਾ, ਨਜ਼ਰੀ ਆਉਂਦਾ, ਉਹ ਸੱਪ ਦੀ ਪ੍ਰਤੀਤੀ ਹੁੰਦੀ ਹੈ। ਠੂਠ ਚੋਰ ਕੇ ਭਾਏ, ਤੇ ਜਿਹੜਾ ਠੂਠ ਹੁੰਦਾ ਛਾਂਗਿਆ ਹੋਇਆ ਦਰਖਤ, ਜਿਵੇਂ ਕੋਈ ਮੋਟਾ ਜਿਹਾ ਦਰਖਤ ਹੋਏ ਬੰਦੇ ਦੇ ਆਕਾਰ ਦਾ, ਵੱਡਾ ਹੀ ਹੋਵੇ, ਉਹਨੂੰ ਵੱਢਿਆ ਹੋਵੇ ਤੇ ਬੰਦੇ ਦੇ ਆਕਾਰ ਜਿੰਨਾ ਹੀ ਬਸ ਬਚਿਆ ਹੋਇਆ ਮੋਛੇ ਵੱਢ ਜਿਹਾ, ਉਹਨੂੰ ਕਹੀਦਾ ਠੂਠ। ਤੇ ਉਹ ਛਾਂਗੇ ਦਰਖਤ ਦੇ ਭਰਮ ਕਰਕੇ ਉਹ ਜਿਹੜਾ ਰੋਖਿਆ ਨਾ, ਕਿੱਦਾਂ ਦਾ ਚੋਰ ਕੇ ਭਾਏ, ਚੋਰ ਦੇ ਭਾਏ ਕਹੀਏ ਸਦਰਸ਼, ਚੋਰ ਦੇ ਭਾਏ ਕਹੀਏ ਤਰ੍ਹਾਂ ਪ੍ਰਤੀਤ ਹੁੰਦਾ, ਦਿਸਦਾ। ਤੇ ਦਾ ਦ੍ਰਿਸ਼ਟਾਂਤ ਜਿਵੇਂ ਮੰਦ ਅੰਧਕਾਰ ਵਿੱਚ ਰਾਜ ਰੱਸੀ ਵਿੱਚ ਸੱਪ ਦੇਖਿਆ ਜਾਂਦਾ, ਇਸੇ ਤਰ੍ਹਾਂ ਅਵਿਦਿਆ ਰੂਪੀ ਨੀਂਦ ਦੇ ਅਗਿਆਨ ਰੂਪ ਹਨੇਰੇ ਕਰਕੇ, ਵਿਦਿਆ ਰੂਪੀ ਨੀਂਦ, ਜਿੱਥੇ ਮਤਲਬ ਬ੍ਰਹਮ ਵਿਦਿਆ ਪ੍ਰਗਟ ਨਹੀਂ ਹੋਈ ਹਜੇ, ਗਿਆਨ ਨਹੀਂ ਕੁਝ ਹੋਇਆ, ਤੇ ਅਵਿਦਿਆ ਰੂਪੀ ਨੀਂਦ ਚ ਤੇ ਅਗਿਆਨ ਰੂਪੀ ਹਨੇਰਾ ਹੋਵੇ। ਤੇ ਇਹ ਦੋਨਾਂ ਕਰਕੇ ਜਿਹੜਾ ਸ਼ੁੱਧ ਬ੍ਰਹਮ ਆ ਨਾ, ਉਹ ਸ਼ੁੱਧ ਬ੍ਰਹਮ ਵਿੱਚ ਸੰਸਾਰ ਦੀ ਪ੍ਰਤੀਤੀ ਭਾਸਦੀ ਆ, ਦੇਖੀ ਜਾਂਦੀ ਹੈ। ਅਗਿਆਨ ਰੂਪੀ ਹਨੇਰਾ ਹੋਵੇ ਹਿਰਦੇ ਵਿੱਚ, ਅਵਿਦਿਆ ਰੂਪੀ ਨੀਂਦ ਮਨੁੱਖ ਜੀਵ ਸੁੱਤਾ ਹੋਏ, ਤੇ ਸੁੱਤੇ ਹੀ ਆਪਾਂ ਸਾਰੇ। ਵਿਦਿਆ ਰੂਪੀ ਨੀਂਦ ਕਰਕੇ ਭਾਵ ਕੋਈ ਬ੍ਰਹਮ ਵਿਦਿਆ ਪ੍ਰਗਟ ਨਹੀਂ ਹਿਰਦੇ ਵਿੱਚ, ਜਿਸ ਕਰਕੇ ਅਗਿਆਨ ਆ, ਅਗਿਆਨ ਰੂਪੀ ਹਨੇਰਾ ਹਿਰਦੇ 'ਚ ਛਾਇਆ। ਤੇ ਸ਼ੁੱਧ ਬ੍ਰਹਮ ਵਿੱਚ ਜਿਹੜਾ ਹਿਰਦਾ ਅੰਦਰ ਸ਼ੁੱਧ ਬ੍ਰਹਮ ਆ, ਉਹਦੇ ਵਿੱਚ ਸੰਸਾਰ ਦੀ ਪ੍ਰਤੀਤੀ ਭਾਸਦੀ ਹੈ। ਠੀਕ ਹੈ ਜੀ। ਠੂਠ ਚੋਰ ਕੇ ਭਾਏ, ਜਿਹੜਾ ਛਾਂਗਿਆ ਹੋਇਆ ਬ੍ਰਿਸ਼, ਜਿਵੇਂ ਚੋਰ ਦੀ ਤਰ੍ਹਾਂ ਪ੍ਰਤੀਤ ਹੁੰਦਾ ਭਰਮ ਕਰਕੇ, ਇਸੇ ਪ੍ਰਕਾਰ ਹੀ ਅਗਿਆਨ ਦੇ ਹਨੇਰੇ ਵਿੱਚ ਨਾ, ਇਹ ਸਿੱਖ ਬ੍ਰਹਮ ਰੂਪੀ ਜੋ ਦਰਖਤ ਆ ਦਾ, ਉਹਦਾ ਜਿਹੜਾ ਮੁੱਢ ਆ ਉਹ ਸੰਸਾਰ ਰੂਪੀ ਚੋਰ ਦੀ ਤਰ੍ਹਾਂ ਭਾਸਦਾ। ਜਿਹੜਾ ਬ੍ਰਹਮ ਰੂਪੀ ਦਰਖਤ ਆ ਨਾ, ਉਹਦਾ ਜਿਹੜਾ ਬ੍ਰਹਮ ਰੂਪੀ ਦਰਖਤ ਦਾ ਮੁੱਢ ਆ, ਉਹ ਚੋਰ ਕੇ ਭਾਏ, ਚੋਰ ਦੀ ਤਰ੍ਹਾਂ, ਚੋਰ ਕੀ ਹੈ ਸੰਸਾਰ, ਆਹ ਸੰਸਾਰ ਦੀ ਤਰ੍ਹਾਂ ਦਿਸਦਾ। ਅਗਿਆਨ ਦੇ ਹਨੇਰੇ ਕਰਕੇ ਹੀ ਠੂਠ ਜਿਹੜਾ ਬ੍ਰਹਮ ਰੂਪੀ ਦਰਖਤ ਆ ਨਾ, ਉਹ ਚੋਰ ਕੇ ਸੰਸਾਰ ਦੀ ਤਰ੍ਹਾਂ ਦਿਸਦਾ ਅਗਿਆਨ ਕਰਕੇ। ਜੇ ਕਿਤੇ ਗਿਆਨ ਹੋ ਜਾਵੇ ਤੇ ਪਤਾ ਲੱਗੇ ਵੀ ਇਹ ਤੇ ਠੂਠ ਜਿਹੜਾ ਬ੍ਰਹਮ ਰੂਪੀ ਮੋਢੀ ਹੈ ਮੇਰਾ, ਉਹ ਦੇਖ ਪਏ, ਉਹ ਪਰ ਸੰਸਾਰ ਰੂਪੀ ਚੋਰ ਦੀ ਤਰ੍ਹਾਂ ਭਾਸਦਾ। ਰਜਤ ਵਿਚਾਰਿਓ ਸੁਗਤ ਮੈਂ, ਆ ਜਿਵੇਂ ਕੋਈ ਮਨੁੱਖ ਭੁਲੇਖੇ 'ਚ ਪੈ ਕੇ, ਸੁਗਤ ਮੈਂ ਕਹੀਏ ਚਾਂਦੀ ਦੇ, ਸੁਗਤ ਕਹੀਏ ਸਿੱਪੀ ਹੁੰਦੀ ਜਿਹੜੀ, ਸੁਗਤ ਨਾਲ ਸਿੱਪੀ ਦਾ, ਉਹ ਸਿੱਪੀ ਵਿੱਚ ਰਜਤ ਕਹੀਏ ਚਾਂਦੀ ਵਿਚਾਰਿਓ ਸਮਝ ਲੈਂਦਾ,
ਤੇ ਉਹ ਝਾਂਕਾ ਵੀ ਸਿੱਪੀ ਵੀ ਬੜੀ ਚਮਕਦੀ ਚਾਂਦੀ ਵਾਂਗ ਸਮੁੰਦਰ ਦੇ ਕਿਨਾਰੇ ਰੇਤਾ ਜਿਹੀ ਪਈ ਹੁੰਦੀ ਹੈ। ਤੇ ਜਿਵੇਂ ਕੋਈ ਮਨੁੱਖ ਵੀ ਸੁਕਤ ਗਈਏ ਚਾਂਦੀ ਦੇ ਸਿੱਪੀ ਦੇ ਵਿੱਚ ਰਜਤ ਜਿਹੜਾ ਚਾਂਦੀ ਆ ਉਹਨੂੰ ਵਿਚਾਰ ਕੇ ਸਮਝ ਕੇ ਆਇਓ ਮਨ ਲਲਚਾਏ, ਤੇ ਮਨ ਵਿੱਚ ਲਾਲ ਜਾ ਕਰਕੇ ਵੀ ਚਾਂਦੀ ਆ ਤੇ ਚੁੱਕਣ ਲਈ ਆਉਂਦਾ ਭੱਜਾ ਭੱਜਾ। ਤੇ ਉਹ ਜਿਹੜੀ ਸਿੱਪੀ ਚਮਕਦੀ ਹੋਈ ਆ ਉਹਨੂੰ ਚਾਂਦੀ ਸਮਝ ਲੈਣਾ ਕੇਵਲ ਭਰਮ ਹੀ ਆ ਨਾ, ਉਹ ਭੱਜਾ ਦੇ ਆਉਂਦਾ। ਜਿਵੇਂ ਕਈ ਚੀਜ਼ਾਂ ਚਮਕਦੀਆਂ ਸਮੁੰਦਰ ਕਿਨਾਰੇ ਰੇਤਾ ਹੀ ਹੀਰਾ ਸਮਝ ਕੇ ਭੱਜਾ ਆਵੇ ਲਾਲਚ ਕਰਕੇ, ਤੇ ਉਹਦਾ ਭਰਮ ਹੀ ਆ ਨਾ। ਜਦੋਂ ਕੋਲ ਆਊਗਾ ਫੜੂਗਾ ਤੇ ਕੱਖ ਨਹੀਂ ਨਿਕਲਣਾ, ਤੇ ਰੇਤਾ ਤੇ ਕਿਣਕਾ ਹੀ ਹੈ। ਇਸੇ ਤਰ੍ਹਾਂ ਸਿੱਪੀ ਚਮਕਦੀ ਹੈ ਚਾਂਦੀ ਵਾਂਗ, ਤੇ ਉਹ ਸਿੱਪੀ ਦੇ ਵਿੱਚ ਰਜਤ ਕਹੀਏ ਚਾਂਦੀ ਵਿਚਾਰ ਕੇ ਮਨੁੱਖ ਜਿਹੜਾ ਉਹਦੇ ਮਨ 'ਚ ਲਾਲਚ ਆ ਕੇ ਭੱਜਾ ਭੱਜਾ ਆਇਆ ਫੜਦਾ, ਤੇ ਮਿਲਦਾ ਕੀ ਆ? ਕੁਝ ਵੀ ਨਹੀਂ, ਉਹ ਸਿੱਪੀ ਸੀ। ਐਵੇਂ ਜਿਹੜੇ ਜੀਵ ਆ ਨਾ ਭ੍ਰਾਂਤੀ ਕਰਕੇ ਬ੍ਰਹਮ ਰੂਪ ਸਿੱਪੀ ਅਸਲ ਮਤਲਬ ਅਸਲ ਜਿਵੇਂ ਸਿੱਪੀ, ਇਸੇ ਇੱਥੇ ਬ੍ਰਹਮ ਰੂਪ ਸਿੱਪੀ, ਤੇ ਸਿੱਪੀ ਤੇ ਸੱਚਮੁੱਚ ਹੀ ਹੈਗੀ ਆ। ਉਹ ਅਸਤੀ ਭਾਤੀ ਪਰੇ ਭਾਵ ਸਿੱਪੀ ਉੱਥੇ ਅਸਤੀ ਕਹੀਏ ਹੈ ਵੀ, ਭਾਤੀ ਕਹੀਏ ਭਾਸਦੀ ਵੀ ਆ, ਪਰੇ ਕਹੀਏ ਪਿਆਰੀ ਵੀ ਲੱਗ ਰਹੀ ਸਿੱਪੀ ਚਮਕਦੀ ਹੈ। ਤੇ ਬ੍ਰਹਮ ਰੂਪੀ ਸਿੱਪੀ ਆ ਅਸਤੀ ਭਾਤੀ ਪਰੇ, ਤੇ ਜਿਵੇਂ ਸਿੱਪੀ ਵਿੱਚ ਬੜੀ ਉਜਲਤਾ, ਉਸ ਬ੍ਰਹਮ ਰੂਪੀ ਸਿੱਪੀ ਦੀ ਉਜਲਤਾ ਦੇ ਵਿੱਚ ਸੰਸਾਰ ਦਾ ਜਿਹੜੇ ਸੁੱਖ ਆ ਨਾ, ਜਿਹੜਾ ਚਾਂਦੀ ਦਾ ਚਮਕਣ ਦਾ ਸੁੱਖ ਆ, ਜਿੱਧਰ ਸੰਸਾਰ ਦਾ ਸੁੱਖ ਹੋਇਆ, ਸੰਸਾਰ ਦੇ ਸੁੱਖ ਰੂਪ ਚਾਂਦੀ ਦੀ ਪ੍ਰਤੀਤੀ ਵਿਚਾਰ ਕੇ ਮਨ ਵਿੱਚ ਲਾਲਚ ਕਰਨ ਰੂਪੀ ਸੰਸਾਰ ਨੂੰ ਸੱਚਾ ਸਮਝਦਾ ਹੈ। ਵਾਸਤਵ ਵਿੱਚ ਇਹ ਭੁਲੇਖਾ ਹੀ ਹੈ। ਠੀਕ ਆ, ਸਮਝ ਆਈ ਕਿ ਨਹੀਂ? ਫਿਰ ਸਿੱਪੀ ਦੇ ਵਿੱਚ ਚਾਂਦੀ ਸਮਝਣਾ ਭੁਲੇਖਾ, ਬ੍ਰਹਮ ਰੂਪ ਸਿੱਪੀ ਜੋ ਅਸਤੀ ਭਾਵ ਹੈ ਵੀ ਸੱਚ ਹੈ ਵੀ ਹੈ, ਭਾਸਦੀ ਵੀ ਹੈ ਤੇ ਪਿਆਰੀ ਵੀ ਆ ਬ੍ਰਹਮ ਰੂਪ ਸਿੱਪੀ, ਤੇ ਉਹਦੇ ਉਜਲ ਪੁਣਾ ਵੀ ਆ, ਚਮਕ ਪੁਣਾ ਵੀ ਆ। ਪਰ ਉਹ ਬ੍ਰਹਮ ਰੂਪ ਸਿੱਪੀ ਦੇ ਸੰਸਾਰ ਰੂਪੀ ਸੁੱਖ ਨੂੰ ਚਾਂਦੀ ਸਮਝ ਕੇ ਜਿਹੜਾ ਮਨ 'ਚ ਲਾਲਚ ਕਰਕੇ ਤੇ ਜੀਵ ਆ ਕੇ ਸੰਸਾਰ ਨੂੰ ਸੱਚਾ ਸਮਝਦਾ ਵੀ ਸੰਸਾਰ ਦੇ ਸੁੱਖ ਸੱਚੇ ਆ, ਇਹ ਭੁਲੇਖਾ ਹੀ ਆ। ਇਹਦਾ ਕੋਈ ਫਾਇਦਾ ਨਹੀਂ। ਸੰਸਾਰ ਦੇ ਸੁੱਖ ਨਹੀਂ ਆ, ਸੰਸਾਰ ਦੇ ਅਸਤ ਜੜ ਦੁੱਖ ਰੂਪ ਆ, ਸੁੱਖ ਰੂਪ ਤੇ ਬ੍ਰਹਮੀ ਆ। ਪਰ ਜਿਹੜਾ ਜਿਵੇਂ ਸਿੱਪੀ ਦੇ ਵਿੱਚ ਚਾਂਦੀ ਨੂੰ ਵਿਚਾਰ ਕੇ ਮਨੁੱਖ ਲਾਲਚ ਕਰ ਲਵੇ, ਇਸੇ ਤਰ੍ਹਾਂ ਬ੍ਰਹਮ ਰੂਪ ਸਿੱਪੀ ਦੇ ਵਿੱਚ, ਜਾਂ ਉਲਟਾ ਅਰਥ ਵੀ ਲੱਗਦਾ ਵੀ ਸੰਸਾਰ ਰੂਪੀ ਸਿੱਪੀ ਦੇ ਵਿੱਚ ਬ੍ਰਹਮ ਰੂਪ ਚਾਂਦੀ ਸਮਝ ਕੇ ਭੱਜਾ ਹੱਥ ਪਾਉਣ ਜਾਵੇ ਤੇ ਕੋਈ ਸੁੱਖ ਨਹੀਂ, ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਲਾਲਚ ਕਰ ਗਿਆ ਵੇ ਨਾ ਜੀਵ ਰੂਪ ਹੀ ਜੀਵ, ਤੇ ਕੋਈ ਪ੍ਰਾਪਤੀ ਨਹੀਂ ਹੈ। ਕੀ ਪ੍ਰਾਪਤੀ? ਉਹ ਸਿੱਪੀ, ਜਦੋਂ ਉਹ ਸਿੱਪੀ ਦੀ ਕੀਮਤ ਥੋੜੀ ਚਾਂਦੀ ਜਿੰਨੀ ਹੈਗੀ, ਚਾਂਦੀ ਕੀਮਤੀ ਆ, ਸਿੱਪੀ ਕੀਮਤੀ ਨਹੀਂ। ਸੰਸਾਰ ਇਸ ਕਰਕੇ ਜਿਹੜਾ ਸੰਸਾਰ ਰੂਪੀ ਸਿੱਪੀ ਦੇ ਵਿੱਚ ਬ੍ਰਹਮ ਰੂਪ ਚਾਂਦੀ ਸਮਝ ਕੇ ਮਨੁੱਖ ਲਾਲਚ ਕਰਕੇ ਆਵੇ ਤੇ ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਇਹ ਜਿਹੜਾ ਕੁਝ ਵੀ ਮਿਲਣ ਵਾਲਾ ਨਹੀਂ ਆ। ਤੇ ਇਸੇ ਤਰ੍ਹਾਂ ਵੀ ਅਰਥ ਦਾ ਆਪਾਂ ਲਾਇਆ ਹੀ ਆ, ਜਿਵੇਂ ਪਿੱਛੇ ਲਾਇਆ ਤੇ ਹੁਣ ਵੀ ਸੁਖ ਤੋਂ ਮੈਂ ਜਿਹੜੀ ਬ੍ਰਹਮ ਰੂਪ ਸਿੱਪੀ ਆ, ਇਹਦੇ ਵਿੱਚ ਜਿਹੜਾ ਸੰਸਾਰ ਦਾ ਸੁੱਖ ਆ, ਇਸ ਨੂੰ ਚਾਂਦੀ ਸਮਝ ਕੇ ਮਨੁੱਖ ਜੇ ਲਾਲਚ ਕਰਕੇ ਸਮਝੇ ਵੀ ਸੰਸਾਰ ਸੱਚਾ ਸੁੱਖ ਰੂਪ ਆ, ਤੇ ਇਹ ਬਸ ਕੇਵਲ ਭੁਲੇਖੇ ਮਾਤਰੀ, ਇਹਦੇ ਵਿੱਚ ਕੁਝ ਮਿਲਣ ਵਾਲਾ ਨਹੀਂ ਹੈ। ਸੋ ਆਪਾਂ ਇੱਥੇ ਸਮਾਪਤੀ ਕਰੀ। ਅੱਜ ਕਾਫੀ ਡੂੰਘਾਈ ਵਾਲਾ, ਬੋਲਣ ਵਾਲੇ ਨੂੰ ਕੇਵਲ ਸਮਝ ਆ ਜਾਂਦੀ ਹੈ, ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੀ। ਮਤਲਬ ਇੱਥੇ ਥੋੜਾ ਕਠਿਨਾਈ ਵਾਲਾ ਹੈ ਵਿਚਾਰਮਾਲਾ ਗ੍ਰੰਥ।
ਤਾਂ ਹੀ ਕਹਿੰਦੇ ਆ ਨਾ ਵੀ ਸਾਰੇ ਗ੍ਰੰਥਾਂ ਦਾ ਇਹਦੇ ਵਿੱਚ ਜਿਹੜਾ ਸਾਰ ਆ, ਮਤਲਬ ਇਹ ਥੋੜ੍ਹੀ ਜਿਹੀ ਤੋਂ ਸੂਖਮ ਵਿਚਾਰ ਕਰਨੀ ਆ ਜੇ ਤੇ ਅੱਗੇ ਫਿਰ ਗ੍ਰੰਥ ਪੜ੍ਹਨੇ ਸੌਖੇ ਹੋ ਜਾਂਦੇ ਆ। ਸੋ ਆਪਾਂ ਇੱਥੇ ਅੱਜ ਸਮਾਪਤੀ ਕਰੀਏ ਜੀ। ਤੇ ਦੇਖਿਓ ਤੇ ਖੱਖੇ ਨੂੰ ਸਿਹਾਰੀ ਆ, ਰਾਜ ਦੇ ਜੱਜੇ ਨੂੰ ਔਂਕੜ ਆ, ਬਾਕੀ ਸੁਕਤ ਜਿਹੜਾ ਪਾਠ ਆ ਨਾ ਉਹਦੇ ਤੱਤੇ ਨੂੰ ਸਿਹਾਰੀ, ਬਾਕੀ ਸਭ ਠੀਕ। ਹਾਂਜੀ ਦੋਹਰਾ। ਦੇਖਿਓ ਰਜ ਮੈਂ ਸਰਪਤਾ, ਠੂਠ ਚੋਰ ਕੇ ਭਾਈ, ਰਜਤ ਵਿਚਾਰਿਓ ਸੁਕਤ ਮੈਂ, ਆਇਓ ਮਨ ਲਲਚਾਈ। ਦੇਖਿਓ ਰਜ ਮੈਂ ਸਰਪਤਾ, ਇਹ ਮੱਧਕਾਰ ਵਿੱਚ ਰੱਸੀ ਵਿੱਚ ਸਰਪ ਦਾ ਸੱਪ ਦੇਖਿਆ ਜਾਂਦਾ, ਨਜ਼ਰੀ ਆਉਂਦਾ ਭਰਮ ਕਰਕੇ, ਹੈਂਦਾ ਭਰਮੀਆਂ ਸੱਪ ਤੇ ਹੁੰਦਾ ਨਹੀਂ। ਇਹ ਜਿਵੇਂ ਫਿਰ ਠੂਠ ਕਹੀਏ ਛਾਂਗੇ ਹੋਏ ਦਰਖਤ ਦੇ ਜਿਹੜਾ ਵੀ ਸਮਾਨ ਅੰਧਕਾਰ ਕਹਿ ਲਓ ਜਾਂ ਮਨ ਦਾ ਅੰਧਕਾਰ ਕਹਿ ਲਓ। ਸਮਾਨ ਅੰਧਕਾਰ ਹੁੰਦਾ ਜਿਸ 'ਚ ਥੋੜ੍ਹਾ ਚਾਨਣ ਵੀ ਹੋਵੇ ਅਤੇ ਹਨੇਰਾ ਜਿਹਾ ਵੀ ਹੋਵੇ, ਦਿਖੇ ਮਤਲਬ ਚੀਜ਼ ਪਈ ਹੋਈ। ਅਤੇ ਉਹ ਠੂਠ ਜਿਹੜਾ ਛਾਂਗਿਆ ਦਰਖਤ ਆ ਉਹ ਵੀ ਸਮਾਨ ਅੰਧਕਾਰ ਵਿੱਚ ਚੋਰ ਦੀ ਤਰ੍ਹਾਂ ਨਜ਼ਰੀ ਆਉਂਦਾ, ਅਤੇ ਉਹ ਭੁਲੇਖਾ ਹੀ ਆ। ਉਹ ਤਾਂ ਹੈ ਛਾਂਗਿਆ ਦਰਖਤ, ਚੋਰ ਤਾਂ ਹੈ ਨਹੀਂ, ਪਰ ਦੁੱਖ ਰੂਪ ਹੋ ਜਾਂਦਾ ਵੀ ਉਹ ਚੋਰ ਆ। ਰੱਸੀ ਵਿੱਚ ਸੱਪ ਜੇ ਵੇਖ ਲਿਆ ਵੀ ਹੈਗਾ ਤੇ ਉਹ ਦੁੱਖ ਰੂਪ ਹੋ ਜਾਂਦਾ, ਪਰ ਹੁੰਦਾ ਨਹੀਂ ਉਹ, ਪਰ ਕਸ਼ਟ ਜ਼ਰੂਰ ਦਿੰਦਾ। ਇਸੇ ਤਰ੍ਹਾਂ ਹੀ ਜਿਹੜਾ ਸਾਧ ਸੰਗਤ ਦੀ ਬ੍ਰਹਮ ਆ ਉਹ ਰੱਸੀ ਦੀ ਨਹੀਂ, ਮਤਲਬ ਦੁੱਖ ਰੂਪ ਨਹੀਂ ਆ, ਪਰ ਮਨੁੱਖ ਨੇ ਬ੍ਰਹਮ ਰੂਪ ਰੱਸੀ ਦੇ ਵਿੱਚ ਸੰਸਾਰ ਰੂਪੀ ਸੱਪ ਨੂੰ ਸਮਝ ਲਿਆ, ਜਿਸ ਕਰਕੇ ਇਹਨੂੰ ਦੁੱਖ ਰੂਪ ਹੋ ਰਿਹਾ। ਰਜਤ ਵਿਚਾਰਿਓ ਸੁਕਤ ਮੈਂ, ਤੇ ਉਹ ਜਿਵੇਂ ਵੀ ਸੁਕਤ ਕਹੀਏ ਸਿੱਪੀ ਦੇ ਵਿੱਚ ਚਾਂਦੀ ਨੂੰ ਵਿਚਾਰ ਲੈ ਸਮਝ ਲਵੇ ਤੇ ਮਨ ਦੇ ਲਲਚਾ ਕਰਕੇ ਫੜਨ ਜਾਵੇ, ਕੋਈ ਮਿਲਣ ਵਾਲਾ ਨਹੀਂ, ਉਹ ਵੀ ਦੁੱਖ ਰੂਪ ਹੀ ਆ। ਕਿਉਂਕਿ ਚਾਂਦੀ ਦਾ ਜਦੋਂ ਲਾਲਚ ਆ ਕੇ ਮਿਲੀ ਨਾ ਤਾਂ ਵੀ ਦੁੱਖ ਹੋਊਗਾ, ਇਹ ਮਿਲੀ ਨਹੀਂ, ਇਸ ਕਰਕੇ ਦੁੱਖ ਰੂਪ ਹੀ ਆ ਸਾਰਾ ਕੁਝ। ਮਤਲਬ ਸੰਸਾਰ ਇੱਕ ਮਿੱਥਿਆ ਹੈ, ਜਿਵੇਂ ਰੱਸੀ ਵਿੱਚ ਸੱਪ ਇੱਕ ਮਿੱਥਿਆ ਝੂਠਾ ਹੈ ਨਹੀਂ ਕੁਝ ਪ੍ਰਤੀਤ ਹੋਣ ਡਿਆ, ਜਿਵੇਂ ਛਾਂਗੇ ਰੁੱਖ ਵਿੱਚ ਚੋਰ ਨਹੀਂ ਹੈਗਾ ਪ੍ਰਤੀਤ ਹੋਣ ਡਿਆ, ਮਿੱਥਿਆ ਹੀ ਆ। ਜਿਵੇਂ ਸਿੱਪੀ ਵਿੱਚ ਚਾਂਦੀ ਨਹੀਂ ਹੈਗੀ, ਇੱਕ ਮਿੱਥਿਆ ਹੀ ਆ, ਭੁਲੇਖਾ ਹੀ ਆ। ਇਸ ਤਰ੍ਹਾਂ ਸੰਸਾਰ ਜਿਹੜਾ ਵਾ ਸਾਧ ਸੰਗਤ ਜੀ ਉਹ ਭੁਲੇਖੇ ਮਾਤਰ ਹੀ ਆ, ਅਸਲ ਵਿੱਚ ਇਹ ਕੁਝ ਵੀ ਨਹੀਂ ਹੈ, ਮਿੱਥਿਆ ਹੀ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਤੇ ਸਤਿਗੁਰੂ ਹੀ ਕਹਿ ਸਕਦੇ ਆ, ਕਿਉਂਕਿ ਬ੍ਰਹਮ ਦ੍ਰਿਸ਼ਟੀ ਬ੍ਰਹਮ ਗਿਆਨੀ ਕੀ ਕਤ ਬ੍ਰਹਮ ਗਿਆਨੀ ਜਾਣੈ, ਗੁਰੂ ਸਾਹਿਬ ਹੀ ਜਾਣਦੇ ਬ੍ਰਹਮ ਦ੍ਰਿਸ਼ਟੀ ਨਾਲ। ਸਾਨੂੰ ਤਾਂ ਕੁਝ ਪਤਾ ਨਹੀਂ ਹੈ, ਇਹ ਤਾਂ ਬਸ ਆਇਓ ਮਨ ਲਲਚਾਏ, ਮਨ ਲਲਚਾ ਜਾਂਦਾ, ਜਿੱਥੋਂ ਮਰਜੀ ਸੋਖੀ ਭਾਲਦੇ, ਸਿੱਪੀਆਂ ਵਿੱਚੋਂ ਚਾਂਦੀਆਂ ਹੀ ਭਾਲਦੇ ਸੀ। ਭਾਵ ਸੰਸਾਰ ਰੂਪੀ ਸਿੱਪੀ ਦੇ ਵਿੱਚ ਬ੍ਰਹਮ ਰੂਪੀ ਜਿਹੜਾ ਚਾਂਦੀ ਭਾਲਦੇ ਆ, ਹੈ ਕੁਝ ਨਹੀਂ ਮਿਲਦਾ ਸੰਸਾਰ ਵਿੱਚ, ਕੁਝ ਵੀ ਨਹੀਂ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।